हम मैले तुम उजल करते, हम निर्गुण तू दाता। हम मूर्ख तुम चतुर सयाने, तू सर्व कला का ज्ञाता। माधो हम ऐसे तू ऐसा, हम पापी तुम पाप खंडन। नीको ठाकुर देशा, दंडोत बंदन अनेक बार। सर्व कला समरथ, डोलन ते राखो प्रभु। नानक दे कर हथ, सतनाम। धन वाहिगुरु साहिब जियो। आसा महला पहला, खुरासान खसमाना किया। हिंदुस्तान डराया, आपै दोष ना दे करता। जम कर मुगल चढ़ाया, खुरासान खसमाना किया। हिंदुस्तान डराया, आपै दोष न दे करता। जम कर मुगल चढ़ाया, एती मार पई कर लाणे। तै की दर्द ना आया, करता तू सबना का सोई। जे सकता सकते को मारे, ता मन रोष ना होई रहा। सकता सिंह मारे पै वगै, सकता सिंह मारे पै वगै। खसमै सापुर साई, रतन विगाड़ विगोए कुत्ती। मुया सार ना काई, आपे जोड़ विछोड़े आपे। वेख तेरी वड्याई, जे को नाव तराए वड्डा। साध करे मन भाणे, खसमै नदरी कीड़ा आवे। जेते चुगै दाणे, मर मर जीवै तां किछ पाए। नानक नाम वखाणे, जे को नाउ तराए वड्डा। साध करे मन भाणे,
ਖਸਮੈ ਨਦਰੀ ਕੀੜਾ ਆਵੈ, ਜੇਤੇ ਚੁਗੈ ਦਾਣੇ। ਮਰ ਮਰ ਜੀਵੈ ਤਾਂ ਕਿਛ ਪਾਏ, ਨਾਨਕ ਨਾਮ ਵਖਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਇਸ ਗੁਰਮਤਿ ਦੀਵਾਨ ਦੀ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ, ਅੰਮ੍ਰਿਤ ਗੁਰਬਾਣੀ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਰਾਗ ਆਸਾ ਅੰਦਰ ਉਸ ਸ਼ਬਦ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਜਿਸ ਵਿੱਚ ਤਵਾਰੀਖੀ ਇਤਿਹਾਸਕ ਵੀ ਜਾਣਕਾਰੀ ਹੈ। ਇਸ ਇਤਿਹਾਸਕ ਜਾਣਕਾਰੀ ਘਟਨਾ ਦੇ ਨਾਲ ਨਾਲ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਇਸ ਅਜਬ ਖੇਡ ਬਾਰੇ ਔਰ ਸੰਸਾਰ ਦੇ ਜੋ ਆਦਮੀ ਧਨ ਦੌਲਤ ਜੋਬਨ ਰਾਜ ਦੇ ਨਸ਼ੇ ਵਿੱਚ ਚੂਰ ਨੇ, ਉਹਨਾਂ ਦੇ ਸੰਬੰਧ ਵਿੱਚ ਵੀ ਹਜ਼ੂਰ ਨੇ ਅੱਜ ਫਿਰ ਜਾਣਕਾਰੀ ਦਿੱਤੀ ਹੈ। ਆਓ ਸਾਧ ਸੰਗਤ, ਸਤਿਗੁਰੂ ਦੀ ਬਖਸ਼ਿਸ਼ ਦੁਆਰਾ ਆਪਾਂ ਨਿਰਧਾਰਿਤ ਸਮੇਂ ਵਿੱਚ ਰਹਿ ਕੇ ਇਸ ਅੰਮ੍ਰਿਤ ਬਚਨ ਨੂੰ ਵਿਚਾਰਨ ਦਾ ਯਤਨ ਕਰਾਂਗੇ। ਆਰੰਭ ਵਿੱਚ ਇੱਕ ਬੇਨਤੀ ਹੈ ਕਿ ਇਸ ਸ਼ਬਦ ਦੇ ਅਰਥਾਂ ਵੱਲ ਬਹੁਤ ਧਿਆਨ ਦਿਆ ਜੇ, ਕਿਉਂਕਿ ਇਸ ਸੰਬੰਧੀ ਕਈ ਤਰੀਕਿਆਂ ਨਾਲ ਵਿਦਵਾਨਾਂ ਨੇ ਅਰਥ ਕੀਤੇ। ਜੋ ਅਰਥ ਦਾਸ ਕਰੇਗਾ ਉਸ ਵਿੱਚ ਬਿਲਕੁਲ ਮੇਰਾ ਕੋਈ ਦਾਅਵਾ ਨਹੀਂ ਕਿ ਜੋ ਮੈਂ ਅਰਥ ਕਰ ਰਿਹਾ ਹਕੀਕਤ ਵਿੱਚ ਅਰਥ ਇਹ ਹੀ ਹੋਣਗੇ। ਇਸ ਨੂੰ ਫਿਰ ਰਿਪੀਟ ਮੈਂ ਕਰਾਂਗਾ ਕਿ ਸਾਡੀ ਸੁਰਤ ਉੱਥੋਂ ਤੱਕ ਉਡਾਰੀ ਨਹੀਂ ਮਾਰਦੀ। ਸਮਰੱਥ ਸਤਿਗੁਰੂ ਜੀ ਨੇ ਜੋ ਬਚਨ ਕਹੇ, ਬਾਅਦ ਮੁੱਦਤਾਂ ਬਾਅਦ ਅੱਖਰਾਂ ਵਿੱਚ ਅਨੇਕਾਂ ਵਿਦਵਾਨਾਂ ਨੇ ਕਹਿਣ ਦਾ ਯਤਨ ਕੀਤਾ, ਪਰ ਜਿੰਨੀ ਕੁ ਸਮਝ ਪਈ ਇਸ ਸ਼ਬਦ ਬਾਰੇ ਮੈਂ ਉਹ ਆਪ ਨਾਲ ਸਾਂਝੀ ਕਰਨੀ ਹੈ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ ਜਾਂ ਦੇਸ਼ ਵਿਦੇਸ਼ ਵਿੱਚ ਆਪਣੇ ਘਰਾਂ 'ਚ ਬੈਠੇ ਇਸ ਅਸਥਾਨ ਤੋਂ ਵਿਚਾਰ ਸਰਵਨ ਕਰ ਰਹੇ ਹੋ, ਗੁਰੂ ਬਖਸ਼ੀ ਅਸੀਸ ਪਿਆਰ ਅਦਬ ਸਹਿਤ ਸਾਰੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਬਖਸ਼ਿਸ਼ ਕਰੋ ਔਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਕੱਲ ਤੱਕ ਅਸੀਂ 2 ਦਿਨ ਤਿਲੰਗ ਰਾਗ ਦੇ ਉਸ ਅੰਮ੍ਰਿਤ ਬਚਨ ਦੀ ਵਿਚਾਰ ਕੀਤੀ ਜੋ ਸਤਿਗੁਰਾਂ ਨੇ ਸਨਮਾਨਯੋਗ ਭਾਈ ਲਾਲੋ ਦੇ ਘਰ ਵਿਖੇ ਬੈਠ ਗਏ
ਭਵਿੱਖ ਵਿੱਚ ਜੋ ਕੁਝ ਵਾਪਰਨ ਵਾਲਾ ਹੈ ਉਸ ਨੂੰ ਸਤਿਗੁਰੂ ਨੇ ਖਸਮ ਦੀ ਬਾਣੀ, ਸੱਚ ਕੀ ਬਾਣੀ, ਪਾਰ ਬ੍ਰਹਮ ਪਰਮੇਸ਼ਵਰ ਵੱਲੋਂ ਆਇਆ ਹੋਇਆ ਸੁਨੇਹਾ ਉਹਦੇ ਘਰ ਵਿੱਚ ਉੱਚੀ ਆਵਾਜ਼ ਵਿੱਚ ਹਜ਼ੂਰ ਨੇ ਇਹ ਅੰਮ੍ਰਿਤ ਬਚਨ ਉਚਾਰਨ ਕੀਤਾ। ਇਹ ਜਿਹੜਾ ਸ਼ਬਦ ਹੈ, ਇਹ ਯਾਦ ਰੱਖੋ, ਉਹ ਸ਼ਬਦ ਅਜੇ ਹਮਲਾ ਨਹੀਂ ਹੋਇਆ। ਹਜ਼ੂਰ ਦੁਬਾਰਾ ਫਿਰ ਜਾਂਦੇ ਆ ਐਮਨਾਬਾਦ, ਹਮਲਾ ਹੋ ਚੁੱਕਾ। ਹੁਣ ਮੈਂ ਅਰਜ਼ ਕੀਤੀ, ਤਲੰਗ ਰਾਗ ਦਾ ਸ਼ਬਦ ਉਹ ਜੋ ਹਮਲਾ ਨਹੀਂ ਹੋਇਆ, ਉਦੋਂ ਭਵਿੱਖ 'ਚ ਕਹਿ ਰਹੇ ਨੇ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈ ਛੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ, ਸ਼ਰਮ ਧਰਮ ਦੋ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ। ਅਖੀਰ 'ਚ ਮਹਾਰਾਜ ਜੀ ਨੇ ਕਿਹਾ, ਆਮਨ 78 ਹੈ, ਜਾਨ 97, ਹੋਰ ਵੀ ਉਠਸੀ ਮਰਦ ਕਾ ਚੇਲਾ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਕੱਲ ਅਰਜ਼ ਕੀਤੀ ਸੀ ਖਸਮ ਕੀ ਬਾਣੀ। ਇਹ ਜਿਹੜਾ ਸ਼ਬਦ ਹੈ ਇਹ ਹੁਣ ਹਮਲਾ ਹੋ ਚੁੱਕਾ ਹੈ। ਹਜ਼ੂਰ ਸਿਆਲਕੋਟ ਤੋਂ ਆਉਂਦੇ ਹੋਏ ਐਮਨਾਬਾਦ ਆ ਪਹੁੰਚਦੇ ਆ। ਮੈਂ ਫਿਰ ਅਰਜ਼ ਕਰਾਂ, ਉਦੋਂ ਨਾਮ ਭਾਵੇਂ ਸੈਦਪੁਰ ਸੀ। ਸਤਿਗੁਰੂ ਉੱਥੇ ਪਹੁੰਚਦੇ ਆ। ਜਦੋਂ ਉੱਥੇ ਹਾਲਤ ਦੇਖਦੇ ਆ ਵੀ ਬਹੁਤ ਮੰਦੀ ਹਾਲਤ ਹੋ ਗਈ, ਕਿਉਂਕਿ ਅਗਲੇ 2 ਸ਼ਬਦ ਜਿਹੜੇ ਨੇ ਇਸੇ ਸ਼ਬਦ ਦੀ ਵਿਆਖਿਆ ਕਰਨਗੇ। ਵੈਸੇ ਤੇ ਵੀ ਆਪਣੇ ਆਪ ਵਿੱਚ ਮੁਕੰਮਲ ਸ਼ਬਦ ਹੈ। ਉੱਥੇ ਜਦੋਂ ਹਜ਼ੂਰ ਪਹੁੰਚਦੇ ਆ ਤੇ ਉਸ ਵਕਤ ਕੱਟ ਵੱਢ ਹੋ ਚੁੱਕੀ ਹੈ। ਲਾਸ਼ਾਂ ਜਿਹੜੀਆਂ ਨੇ ਗਲੀਆਂ 'ਚ ਡਿੱਗੀਆਂ ਨੇ, ਮਹਾਰਾਜਾ ਜ਼ਿਕਰ ਕਰਨਗੇ ਇਹਦਾ। ਸਤਿਗੁਰੂ ਉੱਥੇ ਪਹੁੰਚਦੇ ਆ ਤੇ ਇਤਿਹਾਸ ਕਹਿੰਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਭਾਈ ਮਰਦਾਨਾ ਸਾਹਿਬ ਜੀ ਨੂੰ, ਗੁਰੂ ਨਾਨਕ ਸਾਹਿਬ ਜੀ ਨੂੰ ਬੰਦੀ ਬਣਾਇਆ ਜਾਂਦਾ ਹੈ, ਜੋ ਸਾਡੀਆਂ ਜਨਮ ਸਾਖੀਆਂ ਕਹਿੰਦੀਆਂ। ਤੇ ਆਪਾਂ ਉਸ ਗੱਲ ਨੂੰ ਅੱਖਾਂ ਤੋਲੇ ਕਰਕੇ ਨਹੀਂ ਚੱਲਾਂਗੇ। ਤੇ ਇਹ ਮੈਂ ਹਰ ਵਾਰੀ ਤੁਹਾਡੇ ਕੋਲ ਇੱਕ ਬੇਨਤੀ ਕਰਨਾ ਕਿ ਜੋ ਸਾਡੀ ਸੁਰਤ, ਜੋ ਸਾਡਾ ਗਿਆਨ ਹੈ, ਉਸ ਗਿਆਨ ਦੇ ਢਾਂਚੇ ਵਿੱਚ ਗੁਰੂ ਨਾਨਕ ਦੇ ਗਿਆਨ ਨੂੰ ਬੰਦ ਕਰਨ ਦਾ ਯਤਨ ਨਾ ਕਰੀਏ। ਫਿਰ ਬੇਨਤੀ ਸੁਣੋ, ਜੇ ਮੇਰਾ ਭਾਂਡਾ ਨਿੱਕਾ ਜਿਹਾ ਹੈ ਤੇ ਮੈਂ ਇੱਕ ਨਿੱਕਾ ਜੱਗ ਪਾਣੀ ਦਾ ਸਮੁੰਦਰ 'ਚੋਂ ਭਰ ਕੇ ਦਮਗਜੇ ਮਾਰੀ ਜਾਓ, ਨਹੀਂ ਲੋਕੋ ਕਿਹੜੇ ਸਮੁੰਦਰ ਦੀ ਗੱਲ ਕਰਦੇ ਹੋ, ਸਾਡੇ ਘਰ ਜੱਗ ਭਰਿਆ ਪਿਆ ਹੈ। ਜਾਂ ਤੇਰੇ ਕੋਲ ਇੱਕ ਬਾਟਾ ਹੈ, ਤੇਰੇ ਕੋਲ ਇੱਕ ਬੁੱਕ ਹੈ, ਪਰ ਮੈਂ ਬੇਨਤੀ ਕਰਾਂਗਾ ਆਪਣੀ ਸੁਰਤ ਨੂੰ ਉਹਦੇ ਗਿਆਨ ਵਿੱਚ ਮਾਰਨ ਦਾ ਹੀ ਭਲਾ ਹੈ, ਬਜਾਏ ਕਿ ਉਹਦੇ ਗਿਆਨ ਨੂੰ ਲੈ ਕੇ ਆਪਣੀ ਸੁਰਤ ਦਾ ਗਿਆਨ ਠੋਕ ਕੇ ਕਹੀਏ ਜੀ ਜੋ ਮੈਂ ਕਹਿਣਾ ਬਸ ਇਹ ਹੀ ਸੱਚ ਹੈ। ਇੱਕ ਸ਼ਬਦ ਬੜਾ ਪਿਆਰਾ ਮਸਕੀਨ ਸਾਹਿਬ ਕੋਟ ਕਰਦੇ ਹੁੰਦੇ ਸਨ, ਸੁਕਰਾਤ ਨਾਲ ਜੋੜ ਕੇ, ਕਿ ਇੱਕ ਬੱਚਾ ਸਮੁੰਦਰ ਦੇ ਕੰਢੇ ਰੋ ਰਿਹਾ ਸੀ ਤੇ ਸੁਕਰਾਤ ਆਇਆ। ਉਹ ਸੁਕਰਾਤ ਨਾਲ ਜੋੜਦੇ ਆ। ਮੈਂ ਇਸ ਕਰਕੇ ਉਹਨਾਂ ਦਾ ਜ਼ਿਕਰ ਕਰ ਦਿੱਤਾ। ਉਹ ਰੋ ਰਿਹਾ, ਉਹ ਪੁੱਛਦੇ ਨੇ ਤੂੰ ਰੋਣਾ ਕਿਉਂ ਵੇ? ਉਹ ਕਹਿੰਦਾ ਮੈਂ ਇਸ ਪਿਆਲੇ ਵਿੱਚ ਸਮੁੰਦਰ ਨੂੰ ਪਾਣਾ ਚਾਹੁੰਦਾ ਵਾਂ, ਸਮੁੰਦਰ ਇਸ ਪਿਆਲੇ ਵਿੱਚ ਸਮਾ ਨਹੀਂ ਰਿਹਾ। ਤੇ ਉਹ ਅੱਗੋਂ ਕਹਿੰਦੇ ਆ ਬੇਟਾ ਇਹਨੇ ਕਦੀ ਸਮਾਣਾ ਵੀ ਨਹੀਂ, ਇੰਨਾ ਵੱਡਾ ਸਮੁੰਦਰ ਇਸ ਨਿੱਕੇ ਜਿਹੇ ਤੇਰੇ ਹੱਥ ਨਿੱਕੇ ਜਿਹੇ ਪਿਆਲੇ ਵਿੱਚ ਸਮਾ ਜੂਗਾ? ਕਹਿੰਦਾ ਕਦੀ ਵੀ ਨਹੀਂ ਸਮਾਏਗਾ। ਕਹਿੰਦਾ ਬਿਲਕੁਲ ਨਹੀਂ। ਉਸ ਨਿਆਣੇ ਨੇ ਇੱਕੋ ਦਮ ਉਹ ਪਿਆਲਾ ਚੁੱਕਿਆ, ਸਮੁੰਦਰ ਵਿੱਚ ਸੱਟ ਦਿੱਤਾ, ਪਾਣੀ ਨਾਲ ਭਰਿਆ, ਡੁੱਬ ਗਿਆ ਤੇ ਨਾਲ ਹੱਸਣ ਲੱਗ ਪਿਆ, ਤਾੜੀਆਂ ਮਾਰ ਕੇ ਕਹਿੰਦਾ ਚਲੋ ਜੇ ਸਮੁੰਦਰ ਪਿਆਲੇ ਵਿੱਚ ਨਹੀਂ ਸਮਾਂਦਾ ਮੈਂ ਆਪਣਾ ਪਿਆਲਾ ਹੀ ਸਮੁੰਦਰ ਵਿੱਚ ਸੱਟ ਦੇਣਾ। ਕਹਿੰਦਾ ਉਸ ਵਕਤ ਸੁਕਰਾਤ ਨੇ ਉਸ ਦੇ ਪੈਰਾਂ ਨੂੰ ਹੱਥ ਲਾ ਕੇ ਇਹ ਸ਼ਬਦ ਕਿਹਾ, ਬੇਟਾ ਜੇ ਮੈਨੂੰ ਵੀ ਸਮਝ ਪੈ ਗਈ, ਜਿਵੇਂ ਤੂੰ ਕਲਪ ਰਿਹਾ ਸੈਂ ਕਿ ਪਿਆਲੇ ਵਿੱਚ ਸਮੁੰਦਰ ਪੈ ਜਾਏ, ਪਰ ਸਮੁੰਦਰ ਨਹੀਂ ਪਿਆ, ਤੂੰ ਖੇੜਾ ਆ ਗਿਆ ਜਦੋਂ ਤੂੰ ਪਿਆਲੇ ਨੂੰ ਸਮੁੰਦਰ ਵਿੱਚ ਸੱਟ ਦਿੱਤਾ। ਅਸੀਂ ਆਪਣੇ ਗਿਆਨ ਦੇ ਪਿਆਲੇ ਵਿੱਚ ਗੁਰੂ ਨੂੰ ਸਮਾਣਾ ਚਾਹੁੰਦੇ ਹਾਂ, ਜਿਹਨੇ ਕਦੀ ਵੀ ਨਹੀਂ ਸਮਾਣਾ। ਮੇਰੀ ਇਸ ਬੇਨਤੀ ਨੂੰ ਸੁਣਿਓ, ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ। ਸਾਡੇ ਕੋਲ ਤਾਕਤ ਹੈ ਕੋਈ, ਪਰ ਇੱਕ ਕੰਮ ਤੇਰੇ ਤੇ ਖੇੜਾ
ਮੈਂ ਦੇਖਿਆ ਜਦੋਂ ਤੂੰ ਪਿਆਲਾ ਛੱਡ ਦਿੱਤਾ, ਤੇਰੀ ਚਿੰਤਾ ਮੁੱਕ ਗਈ। ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਵਿੱਚ ਸੱਟ ਦੇ, ਨਾ ਕਿ ਇਹ ਕਹਿ ਮੈਂ ਇਸ ਸੁਰਤ ਨਾਲ ਪੂਰੇ ਅੱਖਰੀ ਅਰਥ ਜਾਂ ਮੁਕੰਮਲ ਬਿਆਨ ਕਰ ਸਕਾਂਗਾ। ਮੈਂ ਇਸ ਕਰਕੇ ਥੋੜ੍ਹਾ ਜਿਹਾ ਇਹ ਵਾਰ-ਵਾਰ ਇਹ ਗੱਲ ਕਹਿ ਰਿਹਾ। ਉਂਝ ਯਤਨ ਮੈਂ ਕੀਤਾ, ਤਕਰੀਬਨ ਜੋ ਗੁਰਮੁਖਾਂ ਦੇ ਟੀਕੇ ਸਨ ਮੈਂ ਸਾਰੇ ਵਾਚਨ ਦਾ ਯਤਨ ਕੀਤਾ, ਕਿਉਂਕਿ ਇਸ ਵਿੱਚ ਇੱਕ ਤੁਕ ਜਿਹੜੀ ਹੈ ਉਸ ਸੰਬੰਧੀ ਅਰਥ ਕਰਨ 'ਚ ਬੜੀ ਸਾਡੇ ਲਈ ਬੜੀ ਦਿੱਕਤ ਹੈ, ਪਰ ਨਹੀਂ ਸਤਿਗੁਰੂ ਬਖਸ਼ਿਸ਼ ਕਰਨਗੇ। ਦੂਜੀ ਗੱਲ, ਮਹਾਰਾਜ ਸੱਚੇ ਪਾਤਸ਼ਾਹ ਜਦੋਂ ਗਏ ਆ, ਹਜ਼ੂਰ ਨੂੰ ਗ੍ਰਿਫਤਾਰ ਕਰ ਲਿਆ। ਇਹ ਕਿਹਾ ਜਾਂਦਾ ਸਤਿਗੁਰੂ ਦੇ ਸਿਰ ਤੇ ਪੰਡ ਰੱਖੀ ਗਈ, ਤੇ ਇਸ ਨੂੰ ਕਦੀ ਭੁੱਲੀਏ ਨਾ। ਮੈਂ ਪਿਛਲੇ ਦਿਨ ਇਹ ਕਰਜ਼ ਕੀਤੀ ਸੀ, ਕੱਲ ਵੀ, ਕਿ ਜਿੰਨੀਆਂ ਸਾਖੀਆਂ ਨੇ ਇਹਨਾਂ ਸਾਖੀਆਂ ਦਾ ਕੋਈ ਆਧਾਰ ਹੈ। ਜੇ ਹਰ ਚੀਜ਼ ਨੂੰ ਖੰਡਨ ਕਰਨ ਲੱਗ ਪਾਂਗੇ, ਇਹ ਵੀ ਨਹੀਂ, ਇਹ ਵੀ ਨਹੀਂ, ਇਹ ਵੀ ਨਹੀਂ, ਯਾਦ ਰੱਖਿਓ ਅੰਦਰ ਬਾਹਰੋਂ ਕੁਝ ਨਹੀਂ ਖੰਡਨ ਹੋਣਾ, ਬੰਦੇ ਦਾ ਅੰਦਰ ਹੀ ਟੁਕੜੇ ਟੁਕੜੇ ਹੋ ਕੇ ਰਹਿ ਜਾਂਦਾ ਹੈ, ਅੰਦਰ ਖਿੰਡ ਜਾਂਦਾ ਹੈ। ਉੱਥੇ ਸਤਿਗੁਰੂ ਨੂੰ ਪੰਡ ਚੁਕਾਈ ਗਈ। ਇਤਿਹਾਸ ਕਹਿੰਦਾ ਪੰਡ ਉੱਤੀ ਸੀ। ਭਾਈ ਮਰਦਾਨੇ ਜੀ ਨੂੰ ਕਿਹਾ ਤੂੰ ਘੋੜਾ ਪਕੜ, ਪਰ ਹਜ਼ੂਰ ਨੇ ਕਿਹਾ ਮਰਦਾਨਿਆਂ ਛੱਡ ਇਸ ਘੋੜੇ ਨੂੰ। ਚੱਕੀ ਦਾ ਜ਼ਿਕਰ ਵੀ ਹੈ, ਚਲੋ ਉਹ ਤਾਂ ਮੌਜੂਦ ਵੀ ਹੈ ਉੱਥੇ, ਚੱਕੀਆਂ ਵੀ ਚੱਲਦੀਆਂ ਨੇ, ਪੰਡ ਵੀ ਹੈ। ਤੇ ਉਸ ਵਕਤ ਕਿਹਾ ਮਰਦਾਨੇ ਨੂੰ ਘੋੜਾ ਪਕੜਾਇਆ, ਤੇ ਹਜ਼ੂਰ ਕਹਿੰਦੇ ਛੱਡ ਘੋੜੇ ਦੀ ਲਗਾਮ ਤੂੰ ਰਬਾਬ ਵਜਾ। ਬੰਦੀ ਖਾਨੇ 'ਚ ਆ ਗਏ। ਮੈਂ ਬੜੀ ਸੰਖੇਪ ਜੀ ਬੇਨਤੀ ਕਰ ਰਿਹਾ। ਉੱਥੇ ਸਤਿਗੁਰਾਂ ਨੇ ਕਿਹਾ ਰਬਾਬ ਦੀ ਤਾਰ ਛੇੜ। ਜਦੋਂ ਉਹਨੇ ਰਬਾਬ ਦੀ ਤਾਰ ਛੇੜੀ, ਪਰ ਹਜ਼ੂਰ ਨੇ ਉੱਥੇ ਵੈਣ ਪਾਉਂਦੇ ਹੋਏ ਲੋਕਾਂ ਦੇ ਵਿੱਚ ਉੱਚੀ ਆਵਾਜ਼ ਵਿੱਚ ਇਹ ਸ਼ਬਦ ਉਚਾਰਨ ਕੀਤਾ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ। ਅੱਗੇ ਦੇਖਿਓ ਇਸ ਸ਼ਬਦਾਂ ਵਿੱਚ ਹਜ਼ੂਰ ਗਾ ਰਹੇ ਨੇ, ਸਭ ਕੁਝ ਅੱਗੇ ਚੱਕੀਆਂ ਚੱਲ ਰਹੀਆਂ ਨੇ, ਸਭ ਕੁਝ ਹੋ ਰਿਹਾ ਹੈ। ਉਸ ਵਕਤ ਉਹਨੂੰ ਦੱਸਿਆ ਗਿਆ ਜਾ ਕੇ ਹਾਕਮ ਨੂੰ ਵੀ ਉਹ ਇੱਕ ਬੰਦੀ ਹੈ, ਰੱਬੀ ਨੂਰ ਹੈ ਉਹਦੇ ਤੇ ਆਪਣੇ ਆਪ ਸਭ ਕੁਝ ਹੋ ਰਿਹਾ। ਉਹ ਗਾ ਰਿਹਾ ਹੈ ਰੰਗ ਵਿੱਚ ਰੱਤਾ। ਕੁਝ ਪੰਜਾਬੀ ਦੇ ਸਰੋਤ ਕਹਿੰਦੇ ਆ ਕਿ ਬਾਬਰ ਆਇਆ ਹੈ, ਉਹਨੇ ਦੇਖਿਆ। ਚਲੋ ਉੱਥੇ ਭੰਗ ਦਾ ਜ਼ਿਕਰ ਵੀ ਹੁੰਦਾ, ਨਸ਼ੇ ਦੇ ਪਿਆਲਿਆਂ ਦਾ, ਆਪਾਂ ਲੈਣੀ ਤੱਤ ਭਾਵ। ਉਹਨੇ ਦੇਖਿਆ ਰੱਬ ਦੇ ਰੰਗ ਵਿੱਚ ਰਤੜਾ ਹੋਇਆ, ਅੱਲਾ ਦਾ ਖੁਦਾ ਦਾ ਨੂਰ। ਉਹਨੇ ਹਜ਼ੂਰ ਦੇ ਸਨਮੁਖ ਖੜਾ ਹੋ ਗਿਆ ਤੇ ਉਹ ਕਹਿੰਦਾ ਮਹਾਰਾਜ ਦਰਵੇਸ਼ ਬਾਬਾ ਕੋਈ ਸੇਵਾ ਮੈਨੂੰ ਦੱਸੋ। ਮਹਾਰਾਜ ਪਤਾ ਸ਼ਬਦ ਕੀ ਕਹਿੰਦੇ? ਕਹਿਣ ਲੱਗੇ ਬਾਬਰ। ਇੱਥੇ ਕਹਿੰਦੇ ਹੁੰਦੇ ਆ ਕਿਆ ਹਜ਼ੂਰ ਨੇ, ਤੂੰ ਬਾਬਰ ਨਹੀਂ ਜਾਬਰ ਹੈ। ਚਲੋ ਇਹ ਸ਼ਬਦ ਜਨਮ ਸਾਖੀਆਂ ਦੇ ਨੇ। ਇੱਥੇ ਮੈਂ ਬੇਨਤੀ ਕਰਾਂਗਾ ਸ਼ਬਦ ਕਿਹੜੇ ਗੁਰਬਾਣੀ 'ਚ ਜਿਹੜੇ ਵਰਤੇ ਆ। ਕਹਿੰਦਾ ਮੈਨੂੰ ਕੋਈ ਸੇਵਾ ਦਿਓ। ਹਜ਼ੂਰ ਕਹਿੰਦੇ ਆ ਜਿਹੜੀ ਜ਼ੁਲਮ ਦੀ ਖਨੇਰੀ ਤੂੰ ਚੁਲਾ ਦਿੱਤੀ ਏ, ਬੇਕਸੂਰ ਲੋਕ ਤੂੰ ਮਾਰ ਸੁੱਟੇ, ਇਹਨਾਂ ਸਾਰਿਆਂ ਦੀ ਬੰਦ ਖਲਾਸੀ ਕਰ ਦੇ, ਇਹਨਾਂ ਨੂੰ ਛੱਡ ਦੇ। ਕਿਹਾ ਜਾਂਦਾ ਉੱਥੇ ਇਹ ਸਤਿਗੁਰਾਂ ਨੇ ਅੰਮ੍ਰਿਤ ਸ਼ਬਦ ਉਚਾਰਨ ਕੀਤਾ, ਉਹਨੇ ਸੱਚਮੁੱਚ ਬਚਨ ਮੰਨਿਆ। ਤੇ ਮੈਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਪੜ੍ਹਨੇ ਆ, ਫਿਰ ਉਹ ਸਾਹਮਣੇ ਆਉਂਦਾ ਬਾਬੇ ਕੇ ਬਾਬਰ ਕੇ ਦੋ, ਆਪ ਕੀ ਪਰਮੇਸ਼ਰ ਸੋ। ਇੱਕ ਪਾਸੇ ਬਾਬੇ ਕੇ ਨੇ, ਇੱਕ ਪਾਸੇ ਬਾਬਰ ਕੇ। ਹਾਲਾਂਕਿ ਬਾਬਰ ਗੁਰੂ ਨਾਨਕ ਸਾਹਿਬ ਤੋਂ ਉਮਰ ਕਰਕੇ 14 ਸਾਲ ਛੋਟਾ ਹੈ, ਬਾਬਰ ਜਿਹੜਾ ਹੈ। ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਪਾਸੇ ਬਾਬੇ ਕੇ ਨੇ, ਦੂਸਰੇ ਪਾਸੇ ਮੈਂ ਬੇਨਤੀ ਕਰਾਂਗਾ ਬਾਬਰ ਕੇ ਨੇ। ਇੱਕ ਪਾਸੇ ਦੁਨੀਆ ਪਤ ਨੇ, ਗੁਰੂ ਗੋਬਿੰਦ ਸਿੰਘ ਪਾਸ ਕਹਿੰਦੇ, ਦੂਜੇ ਪਾਸੇ ਦੀਨ ਪਤ ਨੇ। ਇੱਕ ਪਾਸੇ ਬਾਦਸ਼ਾਹ ਹੈ, ਦੂਜੇ ਪਾਸੇ ਸੱਚਾ ਪਾਤਸ਼ਾਹ ਹੈ। ਇੱਥੇ ਸਮਝੋ ਜੀ ਇਹ ਪਹਿਲੀ ਟੱਕਰ ਜਿਹੜੀ ਸ਼ੁਰੂ ਹੁੰਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਇਹ ਬਚਨ ਕਹਿੰਦੇ ਆ। ਇਹਦੇ ਥੋੜੇ ਜਿਹੇ ਅਰਥ ਪਹਿਲਾਂ ਹੋਰ ਇੱਕ ਬੇਨਤੀ ਕਰਾਂਗਾ, ਆਪਾਂ ਨਾਲ ਨਾਲ ਦੇਖਾਂਗੇ ਬਾਣੀ 'ਚੋਂ। ਕੁਝ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਐਸੇ ਨੇ ਜਿਹੜੇ ਤਾਰੀਖੀ ਸ਼ਬਦ ਨੇ, ਤਵਾਰੀਖ ਨਾਲ ਸੰਬੰਧਿਤ ਨੇ, ਹਿਸਟਰੀ ਨਾਲ ਸੰਬੰਧਿਤ ਨੇ। ਆਮ ਬੰਦਾ ਜਦੋਂ ਹਿਸਟਰੀ ਲਿਖਦਾ, ਹਿਸਟੋਰੀਅਨ, ਉਹ ਤਕਰੀਬਨ ਘਟਨਾਵਾਂ ਦਾ ਜ਼ਿਕਰ ਕਰੀ ਜਾਂਦਾ ਹੈ, ਆਪਣੇ ਖਿਆਲ ਦੇਈ ਜਾਂਦਾ ਹੈ। ਇਤਿਹਾਸ ਹੁੰਦਾ ਦੋ ਤਰੀਕੇ ਨਾਲ ਲਿਖਿਆ ਜਾਣਾ। ਇੱਕ ਹੁੰਦਾ ਇਨ ਬਿਨ ਘਟਨਾਵਾਂ ਨੂੰ ਬਿਆਨ ਕਰੀ ਜਾਣਾ, ਇੱਕ ਹੁੰਦਾ ਘਟਨਾਵਾਂ ਨੂੰ ਬਿਆਨ ਕਰ ਲੱਗਿਆਂ ਆਪਣੇ ਅੰਦਰ ਦੀ ਸੋਝੀ ਦੇ ਨਾਲ ਵੀ ਉਸ ਗੱਲ ਦੀ ਵਿਆਖਿਆ ਕਰਨ ਦਾ ਯਤਨ ਕਰਨਾ। ਇੱਕ ਸਿੱਧੀ ਘਟਨਾ ਕਹਿ ਦਿੱਤੀ ਜੀ, ਬਾਬਰ ਨੇ ਹਮਲਾ ਕੀਤਾ ਜੀ, ਇੰਨੇ ਲੋਕ ਮਾਰੇ ਗਏ ਜੀ। ਦੂਜੇ ਪਾਸੇ ਹੁਣ ਬਾਬਾ ਜੀ
ਇਕੱਲੇ ਹਮਲੇ ਦੀ ਗੱਲ ਨਹੀਂ ਕਰ ਰਹੇ, ਉਸ ਵਿੱਚ ਜੋ ਕੁਝ ਵਰਤਾਰਾ ਵਰਤਿਆ ਉਹਦਾ ਜ਼ਿਕਰ ਕਰਦੇ ਆ। ਬੇਨਤੀ ਕਰਾਂ, ਸਿਰਫ ਸਿੱਧਾ ਲਿਖੀ ਜਾਣਾ ਉਹ ਗੱਲ ਵੱਖਰੀ ਹੈ, ਕਿਸੇ ਚੀਰ ਫਾੜ ਕਰਕੇ ਸੁਹਿਰਦ ਤਰੀਕੇ ਨਾਲ ਆਸਥਾ ਨੂੰ ਕਾਇਮ ਕਰਕੇ ਇਤਿਹਾਸ ਨੂੰ ਲਿਖਣਾ, ਇਹ ਪ੍ਰਮਾਤਮਾ ਦੀ ਕਿਰਪਾ ਹੈ। ਕੁਝ ਬਚਨ ਗੁਰੂ ਗ੍ਰੰਥ ਸਾਹਿਬ 'ਚ ਐਸੇ ਨੇ ਜਿਸ ਵਿੱਚ ਇਤਿਹਾਸ ਵੱਲ ਇਸ਼ਾਰਾ ਹੈ ਪਰ ਤਰੀਕਾਂ ਵੱਲ ਨਹੀਂ। ਪੂਰੇ ਗੁਰੂ ਗ੍ਰੰਥ ਸਾਹਿਬ 'ਚ ਸਿਰਫ ਆਹ 2 ਸੰਮਤ ਆਏ ਨੇ, ਆਵਣ 78 ਹੈ, ਜਾਨ 97, ਹੋਰ ਪਿਉੜ ਸੀ ਮਰਦ ਕਾ ਚੇਲਾ। ਬੜੇ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਨੇ ਜਿਹੜੇ ਇਤਿਹਾਸ ਨਾਲ ਸੰਬੰਧਿਤ ਨੇ। ਉਹ ਇਤਿਹਾਸਕ ਤੱਤ ਕਹਿੰਦੇ ਹੋਏ ਵੀ ਸੱਚ ਐਵੇਂ ਸਾਨੂੰ ਰੂਹਾਨੀਅਤ ਦੇ ਵਿੱਚ ਜੋੜ ਦਿੰਦੇ ਆ, ਇਤਿਹਾਸ ਦਾ ਜ਼ਿਕਰ ਕਰਦੇ ਆ। ਜਿਵੇਂ ਥੋੜੇ ਸ਼ਬਦ ਅਸੀਂ ਲਾਂਗੇ। ਇੱਕ ਸ਼ਬਦ ਹੈ ਗੁਰੂ ਅਰਜਨ ਸਾਹਿਬ ਦਾ, ਉਹ ਸ਼ਬਦ ਆਪ ਸਭ ਨੂੰ ਚੇਤੇ ਹੈ, ਸੁਲਹੀ ਤੇ ਨਾਰਾਇਣ ਰਾਖ। ਹਿਸਟੋਰੀਕਲ ਸ਼ਬਦ ਹੈ ਨਾ, ਸੁਲਹੀ ਤੇ ਨਾਰਾਇਣ ਰਾਖ। ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ, ਸੁਲਹੀ ਹੋਏ ਮੁਆ ਨਾਪਾਕ। ਕਾਂਡ ਕੁਠਾਰ ਖਸਮ ਸਿਰ ਕਾਟਿਆ, ਖਿਨਮੈ ਹੋਏ ਗਿਆ ਹੈ ਖਾਕ। ਮੰਦਾ ਚਿਤਵਤ ਚਿਤਵਚ ਪਚਿਆ, ਜਿਨ ਰਚਿਆ ਤਿਨ ਦੀਨਾ ਧਾਕ। ਪੁੱਤਰ ਮੀਤ ਧਨ ਕਿਛੂ ਨ ਰਹਿਓਸ, ਛੋੜ ਗਿਆ ਸਭ ਭਾਈ ਸਾਕ। ਕਹੋ ਨਾਨਕ ਤਿਸ ਪ੍ਰਭ ਬਲਿਹਾਰੀ, ਜਿਨ ਜਨ ਕਾ ਕੀਨੋ ਪੂਰਨ ਵਾਕ। ਆਮ ਬੰਦਾ ਹਿਸਟਰੀ ਲਿਖੇਗਾ, ਉਹਨੇ ਕਹਿਣਾ ਸੁਲੀ ਚੜ੍ਹ ਕੇ ਆਇਆ, ਰਸਤੇ ਵਿੱਚ ਆਉਂਦਾ ਸੀ, ਅੱਗ ਵਿੱਚ ਡਿੱਗ ਪਿਆ, ਆਵੇ ਦੇਖ ਕੇ ਮਰ ਗਿਆ। ਪਰ ਸਤਿਗੁਰੂ ਉਸ ਤਾਰੀਖੀ ਗੱਲ ਨੂੰ ਪਰਮਾਤਮਾ ਦੀ ਰਹਿਮਤ ਨਾਲ, ਉਹਦੀ ਰੂਹਾਨੀਅਤ ਨਾਲ ਜੋੜ ਲਿਆ। ਜਿਹੜੀ ਅੱਜ ਸਾਡੀ ਸਮੱਸਿਆ ਹੈ, ਅਸੀਂ ਰੂਹਾਨੀ ਸ਼ਬਦਾਂ ਨੂੰ ਬੌਧਿਕ ਗਿਆਨ ਵਿੱਚ ਪਰੋ ਰਹੇ ਹਾਂ, ਪਰ ਗੁਰੂ ਇਤਿਹਾਸ ਦੀਆਂ ਵਾਪਰੀਆਂ ਹੋਈਆਂ ਘਟਨਾਵਾਂ ਨੂੰ ਵੀ ਰੂਹਾਨੀਅਤ ਨਾਲ, ਨਾਮ ਨਾਲ, ਪ੍ਰਭੂ ਨਾਲ, ਪਰਮੇਸ਼ਵਰ ਨਾਲ, ਉਸ ਦੀ ਰਹਿਮਤ ਨਾਲ ਜੋੜ ਰਿਹਾ। ਹੁਣ ਆਹ ਸ਼ਬਦ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ, ਜਿਨ ਜਨ ਕਾ ਕੀਨੋ ਪੂਰਨ ਵਾਕ। ਇਹਦੇ ਵਿੱਚ ਪਰਮੇਸ਼ਵਰ ਦਾ ਜ਼ਿਕਰ ਆ ਗਿਆ। ਜਿਹੜੇ ਸ਼ਬਦ ਪੜ੍ਹਨੇ ਆ, ਵੱਡੀ ਆਰ ਜਾਂ ਹਰ ਗੋਬਿੰਦ ਕੀ, ਜਾਂ ਹਰ ਗੋਬਿੰਦ ਨਵਾਂ ਨਰੋਵਾ। ਸ਼ੀਤਲਾ ਤੇ ਰੱਖਿਆ ਬਿਖਾਰੀ, ਪਾਰ ਬ੍ਰਹਮ ਪਰਬ ਕਿਰਪਾ ਧਾਰੀ। ਇਹ ਸ਼ਬਦ ਇਤਿਹਾਸਕ ਨੇ, ਇਹ ਤਵਾਰੀਖੀ ਸ਼ਬਦ ਨੇ, ਪਰ ਇਹ ਨਾਲ ਨਾਲ ਬਖਸ਼ਿਸ਼ ਪਰਮਾਤਮਾ ਦੀ ਗੱਲ ਕਰੀ ਜਾ ਰਹੇ। ਜਿਵੇਂ ਇੱਕ ਸ਼ਬਦ ਹੈ, ਲੇਪ ਨਾ ਲਾਗੋ ਤਿਲ ਕਾ ਮੂਲ, ਦੁਸ਼ਟ ਬਾਹਮਣ ਮੁਆ ਹੋਏ ਕੈ ਸੂਲ। ਉਹ ਬ੍ਰਾਹਮਣ ਦਾ ਜ਼ਿਕਰ ਹੈ। ਇਸ ਤਾਂ ਸਤਿਗੁਰੂ ਤੋਂ ਕਿਰਪਾ ਕੀਤੀ। ਮੈਂ ਇੱਕ ਦਿਨ ਸੋਚਦਾ ਸਾਂ, ਚਲੋ ਆਪਾਂ ਸੁਰਤ ਨਹੀਂ ਖੰਡਾਣੀ, ਤੁਸੀਂ ਇਹ ਲਿਖ ਦਿੱਤਾ, ਤੇ ਜੇ ਕਿਤੇ ਸੁਲਹੀ ਦੀ ਘਟਨਾ ਸਿਰਫ ਹਿਸਟਰੀ 'ਚ ਹੁੰਦੀ ਵੀ ਸੁਲਹੀ ਆਇਆ, ਆਵੇ 'ਚ ਦੇਖ ਕੇ ਮਰ ਗਿਆ, ਤੇ ਅੱਜ ਦੇ ਵਿਦਵਾਨਾਂ ਨੇ ਸਭ ਤੋਂ ਪਹਿਲਾਂ ਕਹਿਣਾ ਸੀ ਇਹ ਗੁਰਮਤਿ ਅਨੁਸਾਰ ਠੀਕ ਹੋਏ ਨਹੀਂ। ਸੱਚ ਜੇ ਇਹ ਸਤਿਗੁਰਾਂ ਨੇ ਕਿਰਪਾ ਕੀਤੀ, ਬਾਣੀ 'ਚ ਲਿਖੋ ਦੁਸ਼ਟ ਬ੍ਰਾਹਮਣ ਮਾਰੇ, ਬਕਾਇਦਾ ਲਿਖੇ, ਲੇਪ ਨਾ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੁਆ ਹੋਏ ਕੈ ਸੂਲ। ਉਹ ਬ੍ਰਾਹਮਣ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੂੰ ਦਹੀਂ ਦੇ ਵਿੱਚ ਖੜਾਵਾ, ਜਿਹੜਾ ਜ਼ਹਿਰ ਮਿਲਾ ਕੇ ਦੇਣ ਲੱਗਾ ਸੀ, ਬਾਬਾ ਜੀ ਨੇ ਬਾਣੀ 'ਚ ਲਿਖਿਆ। ਮੈਂ ਇਸ ਕਰਕੇ ਬੇਨਤੀ ਕਰਾਂਗਾ, ਗੁਰਬਾਣੀ ਵਿੱਚ ਜਿਹੜੇ ਤਵਾਰੀਖੀ ਸ਼ਬਦ ਨੇ, ਇਤਿਹਾਸਕ ਸ਼ਬਦ ਨੇ, ਉਹ ਸ਼ਬਦ ਦਰਅਸਲ ਰੂਹਾਨੀਅਤ ਨਾਲ ਭਰਪੂਰ ਨੇ। ਗੁਰੂ ਸਾਹਿਬ ਉਹਨਾਂ ਘਟਨਾ ਦਾ ਜ਼ਿਕਰ ਕਰਦੇ ਆ, ਭਗਤਾਂ ਨੇ ਇਸੇ ਕੀਤਾ। 2-3 ਸ਼ਬਦ ਸਿਰਫ ਹੋਰ ਕਹਿ ਕੇ ਮੈਂ ਇਸ ਕਰਕੇ ਵੀ ਜਦੋਂ ਹੁਣ ਇਸ ਸ਼ਬਦ ਨੂੰ ਪੜ੍ਹਾਂਗੇ ਨਾ, ਇਹਦੇ ਵਿੱਚ ਘਟਨਾ ਵੀ ਆਵੇਗੀ, ਦੂਜੇ ਪਾਸੇ ਪਰਮਾਤਮਾ ਦੇ ਰੰਗਾਂ ਦਾ ਜ਼ਿਕਰ ਵੀ ਆਵੇਗਾ। ਹੁਣ ਜਿਵੇਂ ਅਸੀਂ ਕਬੀਰ ਸਾਹਿਬ ਦਾ ਸ਼ਬਦ ਪੜ੍ਹਦੇ ਹਾਂ, ਗੰਗ ਗੁਸਾਇਣ ਗੈਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਮਨ ਨਾ ਡਿਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗ ਛਾਲਾ ਪਰ ਬੈਠੇ ਕਬੀਰ। ਇਹ ਸ਼ਬਦ ਇਤਿਹਾਸਕ ਘਟਨਾ, ਪਰ ਇਹਦੇ ਵਿੱਚ ਪਰਮਾਤਮਾ ਦੀ ਰਹਿਮਤ ਦਾ ਜ਼ਿਕਰ। ਭੁਜਾ ਬਾਂਧ ਭਿਲਾ ਕਰ ਡਾਰਿਓ, ਹਸਤੀ ਕਰੋਪ ਮੂੰਡ ਮੈਂ ਮਾਰਿਓ। ਹਸਤ ਭਾਗ ਕੈ ਚੀਸਾਂ ਮਾਰੈ, ਇਆਂ ਮੂਰਤ ਕੈ ਖੌਂ ਬਲਿਹਾਰੈ। ਇਹ ਸ਼ਬਦ ਹੈ ਤਵਾਰੀਖੀ, ਕਬੀਰ ਸਾਹਿਬ ਤੇ ਤਸ਼ੱਦਦ ਹੋ ਰਿਹਾ। ਉਹ ਕਹਿੰਦੇ ਆ ਪਰਮਾਤਮਾ ਵਾਹ ਕੁਰਬਾਨ ਜਾਵਾਂ ਤੇਰੀ ਅਜ਼ਮਤ ਤੋਂ, ਕਿ ਖਾਥੀ ਨਸ਼ੇ ਵੀ ਚੂਰ, ਕੁੰਚਰ ਪੋਟ ਲੈ ਲੈ ਨਮਸਕਾਰੇ। ਬੁਝੀ ਨਹੀਂ ਕਾਜੀ ਅੰਧਿਆਰੇ, ਕਾਜੀ ਅੰਨੇ ਨੂੰ ਪਤਾ ਨਹੀਂ ਲੱਗਾ, ਪਰ ਹਾਥੀ ਤਾਂ ਮੈਨੂੰ ਮੱਥੇ ਟੇਕਦਾ ਪਿਆ ਹੈ। ਸ਼ਬਦ ਤਾਂ ਇਤਿਹਾਸਕ ਹੈ ਨਾ ਜੀ, ਪਰ ਉਹਦੇ ਵਿੱਚ ਸਤਿਗੁਰਾਂ ਨੇ, ਬਾਬਾ ਜੀ ਨੇ, ਭਗਤ ਜੀ ਨੇ ਰੂਹਾਨੀਅਤ ਦਾ ਜ਼ਿਕਰ ਕੀਤਾ। ਇਸੇ ਤਰ੍ਹਾਂ ਹੋਰ ਸ਼ਬਦ ਜਿਵੇਂ ਸੁਲਤਾਨ ਪੁੱਛੇ ਸੁਣ ਬੇ ਨਾਮਾ, ਦੇਖੋ ਰਾਮ ਤੁਮਾਰੇ ਕਾਮਾ। ਨਾਮਾ ਸੁਲਤਾਨ ਲੈ ਬਾਦਲਾ, ਦੇਖੂੰ ਤੇਰਾ ਹਰ ਬੀਠਲਾ।
बिस्मिल गऊ देव जुआए, नातर गर्दन मारू ठाए, बादशाह ऐसी क्यों होए, बिस्मिल किया ना जीवै कोई। लंबेरा शब्द है ना जी। इस विच एक बचन हुंदा है, सात घड़ी जब बीती सुनी, अजूना आयो तर भवन धनी, पाखंतन बाज बजाएला, गरुड़ चढ़े गोबिंद आएला। इनू सुनियो, ये भी अनुभव है। गरुड़ चढ़े गोबिंद आएला, सिर्फ नामदेव जी नूं पता है, मां नूं नहीं पता कि गोबिंद आएला, राजे नूं नहीं पता आएला। ते आएला शब्द मराठी दा है। हुण उत्थे शब्द है अगला, कहें तां धरन अकोडी करूं, जे तू बोले ते इस धरती नूं चुक के टेढ़ी कर दियां, कहें तां लेकर ऊपर धरूं। जदों कहें शब्द कह रहे ने, इस वरतारे दा साक्षी केवल भगत नामदेव है। इस करके बेनती करांगा, उन्हां दे निजी अनुभव च जो कुछ वरतदा पिया, सुरत राहीं प्रगट वरत रहा है, वो देख रहे आ। इस गल दी किसी दूजे नूं समझ नहीं पै रही। यही कारण असीं उन्हां दे निजी अनुभव नूं फिर अपने शब्दां दे जाल बुन बुन के अर्थ करने। मैं थोड़ा जिहा इस करके बेनती की, बाणी च जिन्ने इतिहासक शब्द ने, कोई शब्द ऐसा नहीं जिहदे विच रूहानियत दा जिक्र नहीं। हुण अज है शब्द, मैं आपनूं थोड़ी जी साखी सिर्फ बेनती की। शब्द है आशा, महला पहला, राग आशा है, ते महला पहला सी सब नूं पता है, गुरु नानक साहब दा शब्द है। खुरासान खसमाना किया, हिंदुस्तान डराया। ये पहला अखरी अर्थ खुरासान। खुरासान केड़ा है? सियाणे लोगों ने जदों ये अर्थ किए, असल च खुरासान जो है वो ईरान का पूर्व वाला पासा ते अफगानिस्तान का पश्चिम वाला पासा, उहदे विच जिहड़ा थां है उहनूं खुरासान कहंदे आ, जिथों दा बाबर है। और बाबर दियां रगां दे विच चंगेज खां मंगोल दा भी खून है, ते इहदे अंदर तमूर दा भी खून है। बाबर दा पिछोकड़ इस तरह है। हुण खुरासान, मैं फिर बेनती करांगा, ईरान दा पूर्व वाला पासा, अफगानिस्तान दा पश्चिम वाला पासा, उहदे विच दो शहर बड़े मशहूर ने, एक मशहद ते एक हरात। ये जिहड़ा इलाका है, साडे विद्वानां ने अर्थ कीते ने, खुरासान खसमाना किया। खसमाना दा अर्थ कुछ करदे ने पख करना, खसमाना दा अर्थ बचा लेना, खसम पुणे दी लाज रखी। उंज बाणी च शब्द बड़ी बारी आया है कि प्रभ जीओ खसमाना कर प्यारे, बुरे भले खम थारे। वाह वाह, बड़ा प्यारा शब्द जी खसमाना। ये तो एडी वड्डी अरदास आ दो तुकां च। प्रभ जी खसमाना कर प्यारे, बुरे भले खम तारे। हे परमात्मा, मैं निकम्मा हो सकना हाँ, मैं कम चंगे नहीं, मैं बुरा हाँ भला हाँ, मैं कुछ नहीं कर सकता, पर घट्टो घट तू मेरा खसम है, मेरे औगणा दी पत तू ढकनी है, क्योंकि खसम दा फर्ज है अपनियां दी लाज रखना। देखो खसम पुणा। हुण इत्थे वे खुरासान खसमाना किया, खसमाना दर ते खसम ने बचा लिया, खसम पुणे दी लाज रखी। मैं बड़ी बारी ये शब्द जदों पढ़िया, मैं ये नहीं कि मैं कोई बहुत खोज कर रहा, जिन्नी को मैंने समझ पई, खुरासान खसमाना किया। टीकाकारां ने यही लिखिया कि ईरान का पूर्व वाला पासा, अफगानिस्तान का पश्चिम वाला पासा, ये विचकार का जिहड़ा खिता है उन्होंने खुरासान कहते हैं। अर्थ इन्ने कीते कि खुरासान परमात्मा ने बचा लिया ते हिंदुस्तान नूं बाबर ने डरा दिता। हुण किवें बचा लिया? कुछ गुरमुखे दे अर्थ करदे आ भी खुरासान खसमाना किया, बाबर ने जिहड़ा खुरासान दा इलाका सी वो किसे होर दे सपुरद कर दिता। भी उन्हें कहा भी तुसीं ये पिछों सांभो ते मैं अगे जाना। उन्हें खुरासान नूं किसे होर दे अधीन कर दिता, सपुरद कर दिता, ते आप हिंदुस्तान ते चढ़ के आया ते हिंदुस्तान नूं डरा दिता। एक साडे विद्वान होए ने, मैं नाम लैण तो गुरेज नहीं करता, डॉक्टर तरलोचन सिंह। गुरु नानक साहब बारे जिहड़ा उन्हां ग्रंथ पढ़िया लिखिया, वो बहुत पढ़न वाला है, मिलदा घट है अजकल। उस विच उन्हां कहा भी दरअसल
ਜਿਹੜਾ ਬਾਬਰ ਹੈ ਆਪਣੀ ਕਿਸਮਤ ਅਜਮਾਉਂਦਾ ਰਿਹਾ ਹੈ। ਇਹ ਖੁਰਾਸਾਨ ਖਸਮਾਨਾ ਕੀ ਹੈ? ਇਹਨੇ ਯਤਨ ਕੀਤਾ ਸਮਰਕੰਦ ਤੇ ਹਮਲਾ ਕਰਨ ਦਾ। ਇਹਨੇ ਖੁਰਾਸਾਨ ਦੇ ਇਲਾਕੇ ਨੂੰ ਜਿੱਤਣ ਦਾ ਯਤਨ ਕੀਤਾ, ਪਰ ਖੁਰਾਸਾਨ ਦਾ ਇਲਾਕਾ ਉਸ ਵੇਲੇ ਆਰਾਮ ਦੇ ਬਾਦਸ਼ਾਹ ਦੇ ਕਬਜ਼ੇ ਵਿੱਚ ਸੀ। ਇਹਨੇ ਯਤਨ ਕੀਤਾ, ਹਮਲਾ ਕੀਤਾ ਕਿ ਮੈਂ ਇਹਦੇ ਤੇ ਕਾਬਜ ਹੋ ਜਾ, ਮੇਰੀ ਹਕੂਮਤ, ਮੇਰੀ ਸਲਤਨਤ ਇਹਦੇ ਤੇ ਮੈਂ ਆਪਣਾ ਰਾਜ ਭਾਗ ਕਾਇਮ ਕਰ ਸਕਾਂ। ਹੋਇਆ ਕਿ ਵੀ ਈਰਾਨ ਦੇ ਰਾਜੇ ਨੇ, ਬਾਦਸ਼ਾਹ ਨੇ ਉਹ ਕਬਜ਼ਾ ਛੱਡਿਆ ਨਹੀਂ, ਉਹ ਕਬਜ਼ਾ ਇਹ ਛੁਡਾ ਨਾ ਸਕਿਆ, ਉੱਥੋਂ ਹਾਰਿਆ। ਇਹਨੇ ਫਿਰ ਰੁਖ ਕੀਤਾ ਹਿੰਦੁਸਤਾਨ ਵੱਲ। ਸੁਣਿਓ ਇਸ ਗੱਲ ਨੂੰ, ਅਰਥ ਬੜੇ ਸੌਖੇ ਸਮਝ ਪੈਣਗੇ। ਖੁਰਾਸਾਨ ਖਸਮਾਨਾ ਕੀ ਹੈ? ਮੈਂ ਕੱਲਾ ਇਹ ਨਹੀਂ ਕਹਿ ਕੇ ਤੁਰ ਚੱਲਿਆ ਵੀ ਖੁਰਾਸਾਨ ਵੀ ਤੁਸੀਂ ਬਚਾ ਲਿਆ। ਕਿਵੇਂ ਬਚਾ ਲਿਆ? ਇਹਨੇ ਹਮਲਾ ਉੱਥੇ ਵੀ ਕੀਤਾ, ਬਟ ਉੱਥੇ ਜਿਹੜਾ ਬਾਦਸ਼ਾਹ ਉਹ ਇੰਨਾ ਤਾਕਤਵਰ ਹੈ, ਉਹ ਇੰਨਾ ਕਾਬਜ਼ ਹੈ, ਉਹਨੇ ਬਾਬਰ ਦੀ ਕੋਈ ਪੇਸ਼ ਨਹੀਂ ਜਾਣ ਦਿੱਤੀ। ਉੱਥੋਂ ਹਾਰਿਆ ਹੋਇਆ ਉਹਨੂੰ ਛੱਡ ਕੇ, ਇਹਨੂੰ ਪਤਾ ਸੀ ਵੀ ਹਿੰਦੁਸਤਾਨ ਵਾਲੇ ਪਾਸੇ ਲੋਧੀਆਂ ਦਾ ਰਾਜ ਜਿਹੜਾ ਸੀ ਇਹ ਥਿੜਕ ਚੁੱਕਾ ਸੀ। ਕੋਈ ਤਾਂ ਇਹ ਵੀ ਕਹਿੰਦੇ ਆ ਕਿ ਦੌਲਤ ਖਾਂ ਲੋਧੀ ਜਿਹੜਾ ਹੈ ਉਸਨੇ ਸੁਨੇਹਾ ਵੀ ਭੇਜਿਆ ਸੀ। ਉਸ ਵਕਤ ਲੋਧੀਆਂ ਦੀ ਹਕੂਮਤ ਜਿਹੜੀ ਸੀ ਉਹ ਥਿੜਕ ਚੁੱਕੀ ਸੀ। ਅਫਸਰ ਜਿਹੜੇ ਸਨ ਆਕੀ ਹੋ ਚੁੱਕੇ ਸਨ, ਜਿਹੜੇ ਰਾਜ ਪ੍ਰਬੰਧ ਸੀ ਉਹਦੇ ਵਿੱਚ ਘਾਟ ਆ ਚੁੱਕੀ ਸੀ। ਇਹਨੇ ਕੀ ਕੀਤਾ ਵੀ ਉਧਰ ਕੰਮ ਥਿੜਕਿਆ, ਜੇ ਇੱਥੇ ਨਹੀਂ ਬਣਿਆ ਤੇ ਫਿਰ ਹਿੰਦੁਸਤਾਨ ਚਲੀਏ। ਇੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਆ, ਪਰਮਾਤਮਾ ਖੁਰਾਸਾਨ ਖਸਮਾਨਾ ਕੀਆ, ਖੁਰਾਸਾਨ ਦੇ ਇਲਾਕੇ ਨੂੰ ਤੂੰ ਬਚਾ ਲਿਆ, ਉੱਥੇ ਖਸਮਾਨਾ ਕਰ ਲਿਆ, ਉਹਨੂੰ ਰੱਖ ਲਿਆ। ਇਹਨਾਂ ਵਿਚਾਰਿਆਂ ਦਾ ਕੀ ਕਸੂਰ ਸੀ? ਹਿੰਦੁਸਤਾਨ ਡਰਾਇਆ, ਹਿੰਦੁਸਤਾਨ ਤੇ ਹਮਲਾ ਕਰਕੇ ਉਹਨੇ ਹਿੰਦੁਸਤਾਨ ਨੂੰ ਡਰਾ ਦਿੱਤਾ। ਇਹ ਮੇਰੀ ਬੇਨਤੀ ਫਿਰ ਦੁਬਾਰਾ ਸੁਣਿਓ ਕਿ ਖੁਰਾਸਾਨ ਖਸਮਾਨਾ ਕੀਆ, ਉਸ ਨੂੰ ਬਚਾ ਦਿਆ, ਤੇ ਜਿਹੜਾ ਹਿੰਦੁਸਤਾਨ ਹੈ ਇਹਦੇ ਤੇ ਹਮਲਾ ਕਰਕੇ ਕਿੰਨਾ ਕੁ ਡਰਾਇਆ। ਮਹਾਰਾਜ ਇਸ ਤੋਂ ਅੱਗੇ ਸਾਨੂੰ ਸਮਝਾਉਂਦੇ ਆ, ਖੁਰਾਸਾਨ ਖਸਮਾਨਾ ਕੀਆ। ਫਿਰ ਮੇਰੀ ਬੇਨਤੀ ਅਰਥ ਸਮਝ ਪੈ ਜਾਣ, ਕਿਉਂਕਿ ਪੀਟੀਸੀ ਦੇ ਵੀ ਚੱਲਦੇ ਨੇ ਵੀ ਖੁਰਾਸਾਨ ਦੇ ਇਲਾਕੇ ਨੂੰ ਖਸਮਾਨਾ ਕਰ ਲਿਆ, ਤੂੰ ਬਚਾ ਲਿਆ ਵਾਹਿਗੁਰੂ। ਤੇ ਅਗਲਾ ਹਿੰਦੁਸਤਾਨ ਡਰਾਇਆ, ਹਿੰਦੁਸਤਾਨ ਤੇ ਹਮਲਾ ਕਰ ਦਿੱਤਾ, ਜਿਹਨੂੰ ਧਾਇਆ ਕਿਆ ਮਹਾਰਾਜ ਨੇ। ਅਗਲਾ ਬਚਨ, ਆਪੇ ਦੋਸ਼ ਨਾ ਦੇਈ ਕਰਤਾ। ਆਪੇ ਦਾ ਅਰਥ ਹੈ ਆਪਣੇ ਉੱਤੇ, ਦੋਸ਼ ਅਸੀਂ ਸਮਝਨੇ ਆ। ਨਾ ਦੇਈ ਕਰਤਾ, ਗੁਰੂ ਜੀ ਕਹਿੰਦੇ ਕਰਤਾ ਪੁਰਖ ਆਪਣੇ ਉੱਤੇ ਥੋੜਾ ਕੋਈ ਦੋਸ਼ ਲੈਂਦਾ ਪਿਆ। ਇਹ ਸ਼ਬਦ ਮੈਂ ਤਾਂ ਕਿ ਅਰਥ ਬੜੇ ਧਿਆਨ ਨਾਲ, ਆਪੇ ਦੋਸ਼ ਨਾ ਦੇਈ ਕਰਤਾ। ਅਗਲਾ ਸ਼ਬਦ ਵਰਤਿਆ, ਜਮ ਕਰ ਮੁਗਲ ਚੜਾਇਆ। ਵਾਹਿਗੁਰੂ ਜਦੋਂ ਇਹ ਸ਼ਬਦ ਉੱਥੇ ਲਾਇਆ ਸੀ, ਇਹ ਸ਼ਬਦ ਪਹਿਲਾ ਗੁਰੂ ਨਾਨਕ ਸਾਹਿਬ ਨੇ ਕਿਹਾ। ਕਹਿਣ ਲੱਗੇ ਜਮ ਕਰ ਮੁਗਲ ਚੜਾਇਆ। ਬਾਦਸ਼ਾਹ ਨਹੀਂ ਕਿਹਾ, ਪਾਤਸ਼ਾਹ ਨਹੀਂ ਕਿਹਾ, ਕੋਈ ਖੁਸ਼ਾਮਦ ਦਾ ਲਫ਼ਜ਼ ਨਹੀਂ ਵਰਤਿਆ। ਸਭ ਤੋਂ ਪਹਿਲਾਂ ਬਾਬਾ ਜੀ ਨੇ ਸ਼ਬਦ ਵਰਤਿਆ ਕਿ ਮੁਗਲ ਜਮਦੂਤ ਬਣ ਕੇ ਆ ਗਿਆ। ਪਰਮਾਤਮਾ ਤੂੰ ਆਪਣੇ ਸਿਰ ਤੇ ਕੋਈ ਦੋਸ਼ ਨਹੀਂ ਲੈ ਸਕਦਾ, ਕਿਉਂਕਿ ਮੁਗਲ ਜਮਦੂਤ ਬਣ ਕੇ ਹਿੰਦੁਸਤਾਨ ਤੇ ਚੜਾ ਦਿੱਤਾ ਤੂੰ। ਸਮਝ ਗਏ ਨਾ ਜੀ? ਇਹ ਜਮ ਸ਼ਬਦ ਜਿਹੜਾ ਬਾਦਸ਼ਾਹ ਲਈ ਵਰਤਣਾ ਕੋਈ ਛੋਟੀ ਜੀ ਗੱਲ ਹੈ। ਹਿੰਦੁਸਤਾਨ ਦਾ ਸਾਹਿਤ ਕਹਿੰਦਾ ਦਲੀਸ਼ਰੋ ਵਾ ਈਸਰੋ। ਹਾਲਾਂ ਬਾਬਰ ਦਿੱਲੀ ਨਹੀਂ ਕਿਹਾ। ਹਿੰਦੁਸਤਾਨ ਦਾ ਜਿਹੜਾ ਸਾਹਿਤ ਹੈ ਉਹ ਰਾਜੇ ਨੂੰ ਭਗਵਾਨ ਕਹਿੰਦਾ, ਰੱਬ ਕਹਿੰਦਾ, ਪ੍ਰਜਾ ਪਾਲਕ ਕਹਿੰਦਾ। ਤੇ ਮੈਂ ਸੋਚਣਾ ਸਤਿਗੁਰਾਂ ਨੇ ਪਹਿਲਾ ਸ਼ਬਦ ਜਿਹੜਾ ਵਰਤਿਆ, ਉਹਨਾਂ ਨੇ ਕੋਈ ਸ਼ਹਿਨਸ਼ਾਹ, ਕੋਈ ਪਾਤਸ਼ਾਹ, ਕੋਈ ਸੁਲਤਾਨ ਨਹੀਂ ਕਿਹਾ। ਇੱਕੋ ਸ਼ਬਦ ਵਰਤਿਆ, ਜਮ ਕਰ ਮੁਗਲ ਚੜਾਇਆ। ਮੁਗਲ ਜਮਦੂਤ ਬਣ ਕੇ ਚੜ ਕੇ ਆ ਗਿਆ। ਇਹ ਸ਼ਬਦ ਕਿਹਾ। ਹਜ਼ੂਰ ਨੇ ਕਿਹਾ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ। ਕਰਤੇ ਨੇ ਆਪਣੇ ਤੇ ਕੋਈ ਦੋਸ਼ ਨਹੀਂ ਲਿਆ। ਜਮ ਕਲ ਮੁਗਲ ਚੜਾਇਆ, ਮੁਗਲ ਜਿਹੜਾ ਉਹ ਜਮਦੂਤ ਬਣ ਕੇ ਆ ਗਿਆ। ਹੁਣ ਅਗਲੇ ਸ਼ਬਦ ਨੇ ਏਤੀ ਮਾਰ ਪਈ ਕਰਲਾਣੇ। ਮੈਂ ਇਹ ਬੇਨਤੀ ਕਰਾਂਗਾ ਗੁਰਮੁਖੋ, ਚਲੋ ਕੀਰਤਨ ਕਰਨ ਵਾਲਿਆਂ ਨੂੰ ਤੇ ਪਤਾ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਕੁਰਲਾਣੇ ਸ਼ਬਦ ਨਹੀਂ। ਅੰਮ੍ਰਿਤ ਕੀਰਤਨ ਵਿੱਚ ਮਿਸਟੇਕ ਜ਼ਰੂਰ ਹੋਈ ਹੈ। ਅੰਮ੍ਰਿਤ ਕੀਰਤਨ ਵਿੱਚ ਜਿਹੜਾ ਸ਼ਬਦ ਹੈ ਨਾ, ਉੱਥੇ ਕੱਕੇ ਨੂੰ ਔਂਕੜ ਪਈ ਹੈ, ਉਹ ਇਸ ਤਰ੍ਹਾਂ ਸੀਨਾ ਬਸੀਨਾ ਸ਼ਬਦ ਹੀ ਪਈ ਹੈ। ਮੇਰਾ ਖਿਆਲ ਸ਼ਾਇਦ ਹੁਣ ਦਰੁਸਤ ਕਰ ਦਿੱਤੀ ਹੋਵੇ। ਆਮ ਸਾਡੇ ਸੱਜਣ ਜਦੋਂ ਬੋਲਦੇ ਆਈ ਕਹਿੰਦੇ ਨੇ ਏਤੀ ਮਾਰ ਪਈ ਕੁਰਲਾਣੇ। ਹੁਣ ਇੱਥੇ ਕੁਰਲਾਣੇ ਸ਼ਬਦ ਨਹੀਂ, ਇੱਥੇ ਪਾਠ ਹੈ ਕਰਲਾਣੇ। ਅਰਥ ਇਹਦੇ ਵੀ ਹੋਏ ਨੇ, ਕੁਰਲਾਟ ਪੈ ਗਿਆ, ਲੋਕ ਵੈਣ ਪਾਉਣ ਲੱਗ ਪਏ, ਕੁਰਲਾ ਉੱਠੇ। ਪਰ ਯਾਦ ਰੱਖੋ, ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਪਾਠ ਆਪਾਂ ਉਹੀ ਕਰਨਾ ਹੈ।
एती मार पई कर लाने, इन्नी मार पई, इन्नी बुरी हालत हो गई। तो गुरु जी कहते ने तैं की दर्द ना आया। इन्नी मार पई, लोग कुरला उठे, तैं की दर्द ना आया। हे प्रभु तेनू कोई दर्द नहीं आया। हुण इत्थे थोड़ा जिहा आपां रुकना है इस अर्थां दे संबंधी। हुण एक पक्ष साडा ये शब्द कहंदा है जी कि गुरु साहब ने ये उलांभा दिता, खुरासान खसमाना किया, हिंदुस्तान डराया, आपे दोष न देई करता जम कर मुगल चढ़ाया। एती मार पई करलाने तय की दर्द ना आया। गुरमुखो मैं थोड़ी जी बेनती करा, मैं क्योंकि मैं राती तकरीबन अद्धी रात तक जागदा रहा सिर्फ इस संबंधी जिन्ने भी पुरातन ग्रंथ सन, पर जिहड़ी मैं बेनती कर लगा मैनू कोई ख्याल दिओगे मैं मन्नांगा। एक पक्ष ये कहंदा है भी ये गुरु जी कहंदे ने भी खुरासान सपुर्दगी दे दिती, हिंदुस्तान ते हमला हो गया, करते ने अपने आप ते दोष नहीं लिया, उन्हें मुगल नू जम बना के चढ़ा दिता। अगे जी एती मार पई करलाने, इन्नी मार पई कि लोग कुरला उठे। हुण जिहड़ी एती मार है ये अर्थ अगे होणगे, जिन सिर सोहन पट्टियां मांगी पाए संदूर से सिर काती मुनियन, वो इन्नी मार पई। एती मार पई करलाने तैं की दर्द ना आया। वो इस तरह अर्थ करदे आ, तैं की दर्द ना आया, तेनू की दर्द आउणा सी परमात्मा। सुनियो, तैं की दर्द ना आया, तेनू की दर्द आउणा सी। इन्नी मार पई, ऐशो इशरत फसे सन, तां की होया? वो फिर सारे अर्थ अगों बदली जाते हैं, क्योंकि अगे जिहड़े अर्थ ने वो फिर होर जदों चलांगे, तैं की दर्द ना आया, तेनू की दर्द आउणा सी। परमात्मा नू कहता तेनू की दर्द आउणा सी, नहीं सी आया तेन दर्द। हुण सुनियो, कुछ सज्जन ये अर्थ करदे आ, मैं क्योंकि दो तीन तकरीबन ये तीन तरीके नाल अर्थ होया। एक तां भी तेनू की दर्द आउणा सी, ते दूजा है एती मार पई करलाने तय की दर्द ना आया। इत्थे कहंदे ने ये बाबर नू कह जिहड़ा जमकर मुगल चढ़ाया है, कहंदे ने इन्नी मार पई लोग कुरला उठे, बाबर तेनू दर्द नहीं आया। दो हो गए ना। तीसरे जिहड़े ने मैं वो बेनती आपनू कीती, वो अर्थ एती मार पई करलाने तय की दर्द ना आया। हे प्रभु तकरीबन जिहड़े ये अर्थ मैं कर लगा इत्थों तक कि पढ़िया लिखिया युग जिहड़ा वो कहंदा भी प्रोफैसर साहिब सिंह दे अर्थ मिण मिण के कीते ने। पर मैं एक बेनती करांगा गुरमुखो, कदी भी एक बंदे दे अर्थां नू आखिरी सच बना के ना तुरीए। पर उन्हां भी अर्थ ही कीते। परमात्मा एती मार पई करलाने तय की दर्द ना आया। भाई वीर सिंह ने भी अर्थ ही कीते भी परमात्मा नू कह के क्या परमात्मा इन्नी मार पई। मैं हैरान होया, संप्रदायी बाबा किरपाल सिंह सत्तो वाली गली उन्हां भी अर्थ कीते, ज्ञानी हरबंस सिंह ने अर्थ कीते, शब्दार्थ टीके ने अर्थ कीते, पंडित नारायण सिंह ने अर्थ कीते। जिन्ने टीके सानू सारियां इक्को गल कही। ये अर्थ पिछले दिनों तो शुरू होया कि नहीं जी ये तो फिर रब नू उलांभा देता, नाल प्रमाण देते, गुरु तां कहंदा जो तुध भावै साई भली कार। हाँ जी, मैं एक बेनती करांगा, बाणी जिहड़े पाठ करदे सुनियो, ये उदाहरण इत्ते टुकणियां नहीं पर समझण वास्ते ने। सुखमनी साहब दा पाठ करने ना, संत का दोखी यूं बिललाए ज्यों जल बिहून मछली तड़फड़ाए। संत का दोखी भूखा नहीं राजै, ज्यों पावक ईंधन नहीं त्रापै। संत का दोखी छुटै अकेला, ज्यों बुवाड़ तिल खेत माहे दुहेला। किन्ना क्या जी, तड़फदा है सड़दा है, पर याद रखियो सब कुछ कह के अखीर ते गल कही, संत किरपाल किरपा जे करे, नानक संत संग निंदक भी तरह। मैं सिर्फ एक मानता सी भी एक पासे क्या भी तड़पेगा, मरेगा, सड़ेगा, अद भी ते टूटे, सब कुछ कह देता। पर दूजे पासे गुरमुखो एक करुणा भरिया हिरदा है। गुरु दा हिरदा पत्थर नहीं, करुणा भरिया हिरदा कह रहा नहीं, जिहदी निंदिया कर रहे हैं, जे ओ किरपा करदा है ते परमात्मा एडा वड्डा मच्छी की तरह तड़पण वाला, अग भी सड़न वाला, इन्ने पाप करने वाला भी तर जाता है जे संत किरपा करता है। इहदा मतलब दो पक्ष आ गए। फिर
ਆਪਾਂ ਕਹਾਂਗੇ ਜੀ ਇਹ ਤੇ ਸੜਦਾ ਪਿਆ ਸੀ, ਕਿਉਂ ਬਾਹਰ ਕੱਢ ਦਿੱਤਾ। ਇਹੀ ਅਰਥ ਕੀਤੇ ਨਾ ਵੀ ਤੈਨੂੰ ਕੀ ਦਰਦ ਆਉਂਦਾ ਸੀ ਮਰਦੇ ਮਰਦੇ, ਮਰਨ ਦਿੰਦੇ। ਤੇ ਪਿਆਰਿਓ, ਜੇ ਇਹੀ ਕਹਿਣਾ ਸੀ ਰੱਬਾ, ਰੱਬ ਜੀ ਤੈਨੂੰ ਕੀ ਦਰਦ ਆਉਣਾ, ਤੇ ਫਿਰ ਬਾਬਾ ਜੀ ਨੂੰ ਕੀ ਲੋੜ ਸੀ ਰਬਾਬ ਲੈ ਕੇ ਉੱਥੇ ਗਾਉਣ ਦੀ? ਮਰਦੇ ਸਨ ਤੇ ਮਰਨ ਦਿੰਦੇ। ਸਮਝਣ ਵਾਲੀ ਗੱਲ ਹੈ। ਜੇ ਇਹੀ ਅਰਥ ਨੇ ਵੀ ਜੇ ਪ੍ਰਮਾਤਮਾ ਮਰਦੇ ਸਨ ਤੈਨੂੰ ਕੀ ਦਰਦ ਆਉਣਾ, ਫਸੇ ਰਹਿਣ ਦੇ। ਪਰ ਇਹ ਵੀ ਮੈਂ ਬੇਨਤੀ ਕਰਾਂਗਾ, ਕੱਲ ਇਹ ਵੀ ਕਿਹਾ ਕਿ ਧਨ ਸ਼ਰਮ ਧਰਮ ਦੇ ਛੱਪ ਖਲੋਏ, ਕੂੜ ਫੇਰੇ ਪ੍ਰਧਾਨ ਵੇ ਲਾ ਲਓ। ਹੁਣ ਇੱਕ ਸ਼ਬਦ ਹੋਰ ਕਹਿ ਕੇ, ਇੱਕ ਸ਼ਬਦ ਆਉਂਦਾ ਗੁਰੂ ਗ੍ਰੰਥ ਸਾਹਿਬ 'ਚ, ਕਹਿੰਦੇ ਨੇ ਸਾਕਤ ਬੰਦਾ, ਉਂਝ ਵੈਸੇ ਸਿਆਣਪ ਇਹਦੇ 'ਚ ਹੁੰਦੀ ਹੈ, ਯਾਦ ਰੱਖੋ, ਹਰ ਬੰਦੇ ਨੂੰ ਜਵਾਬ ਨਹੀਂ ਦਿੱਤਾ ਜਾਂਦਾ, ਜਵਾਬ ਦੇਣ ਵਾਸਤੇ ਵੀ ਬੰਦਿਆਂ ਦੇ ਪੱਧਰ ਹੁੰਦੇ ਆ। ਮੈਂ ਇੱਕ ਵਾਰ ਕਿਹਾ ਸੀ ਪਿੱਛੇ ਜੇ, ਇਹਦਾ ਜਵਾਬ ਇੱਕ ਬੱਚਾ ਨਰਸਰੀ ਦੀ ਕਿਤਾਬ ਫੜੀ ਬੈਠਾ ਹੈ, ਤੇ ਤੁਹਾਡੇ 'ਚ ਇੱਕ ਸੱਜਣ ਡਾਕਟਰੀ ਕਰਕੇ PhD ਕਰਕੇ ਬੈਠਾ ਹੋਵੇ ਸਾਇੰਸ ਦੀ ਜਾਂ ਹਿਸਟਰੀ ਦੀ, ਉਹਨੂੰ ਕਹੀਆ ਨਿੱਕਾ ਜਿਹਾ ਨਿਆਣਾ ਜਿਹੜਾ ਕਾਇਦਾ ਪੜ੍ਹਦਾ, ਇਹਦਾ ਉੱਤਰ ਦਿਓ ਜੀ, ਤੁਹਾਡੀ ਪੜ੍ਹਾਈ ਕੀ? ਉਹ ਕਹੇਗਾ ਜੀ ਮੇਰੇ ਨਾਲ ਗੱਲ ਕਰਨੀ ਹੈ ਨਾ, ਹੰਕਾਰ 'ਚ ਨਹੀਂ। ਉਹ ਕਹੇਗਾ ਉਹ ਬੰਦਾ ਲੈ ਕੇ ਆਵੀਂ ਜਿੰਨਾ ਮੇਰੇ ਜਿੰਨੀਆਂ ਕਿਤਾਬਾਂ ਪੜ੍ਹੀਆਂ ਨੇ। ਜਦੋਂ ਸਮਝ ਹੀ ਕੋਈ ਨਹੀਂ ਬੰਦੇ ਨੂੰ। ਹੁਣ ਵੇਖੋ ਇੱਕ ਬੇਨਤੀ ਸੁਣੋ ਇਸ ਸ਼ਬਦ ਨੂੰ, ਕਹਾਂ ਸਵਾਨ ਕੋ ਸਿਮਰਤ ਸੁਣਾਏ, ਕਬੀਰ ਸਾਹਿਬ ਜੀ। ਕੁੱਤੇ ਦੇ ਕੰਨ 'ਚ ਸਿਮਰਤੀਆਂ ਸੁਣਾਉਣ ਦਾ ਕੀ ਫਾਇਦਾ? ਉਹਨੇ ਕੋਈ ਤੀਰਥ ਇਸ਼ਨਾਨੀ ਬਣ ਜਾਣਾ, ਉਹਨੇ ਜਪ ਤਪ ਕਰਨਾ। ਕਹਾਂ ਸਵਾਨ ਕੋ ਸਿਮਰਤ ਸੁਣਾਏ, ਕਹਿ ਸਾਕਤ ਪੈ ਹਰਗੁਣ ਗਾਏ। ਸਾਕਤ ਕੋਲ ਕੀਰਤਨ ਕਰਨਾ ਤੇ ਕੁੱਤੇ ਦੇ ਕੰਨ 'ਚ ਪਾਠ ਕਰਨਾ ਦੋਵੇਂ ਇੱਕੋ ਬਰਾਬਰ ਨੇ। ਕਹਾਂ ਸਵਾਨ ਕੋ ਸਿਮਰਤ ਸੁਣਾਏ, ਕਹਿ ਸਾਕਤ ਪੈ ਹਰਗੁਣ ਗਾਏ। ਰਾਮ ਰਾਮ ਰਮੈ ਰਮ ਰਹੀਐ, ਸਾਕਤ ਸਿਉ ਭੂਲ ਨਹੀਂ ਕਹੀ ਹੈ। ਕੌਵਾ ਕਹਾਂ ਕਪੂਰ ਚਰਾਏ, ਕਹਿ ਬਿਸੀਅਰ ਕੋ ਦੀ ਦੁੱਧ ਪਿਆਏ। ਕੌਵੇ ਨੂੰ ਮੁਸ਼ਕ ਕਪੂਰ ਖਵਾ ਦਿਓ, ਉਹ ਵਿਸ਼ਟਾ 'ਚ ਚੁੰਝ ਮਾਰਨਾ ਹਟ ਜਾਊਗਾ। ਜੇ ਸੱਪ ਨੂੰ ਦੁੱਧ ਪਿਆ ਦਿਓ, ਉਦੋਂ ਬਾਅਦ ਉਹ ਡੰਗ ਮਾਰਨਾ ਹਟ ਜਾਏਗਾ। ਮੇਰੇ ਮਨ 'ਚ ਹੈ ਵੀ ਕਬੀਰ ਸਾਹਿਬ ਕਿੱਡੀ ਲਾਂਦੇ ਪਏ ਨੇ ਛਿੱਲ ਸਾਕਤ ਦੀ। ਪਰ ਜਦੋਂ ਮੈਂ ਦੇਖਿਆ ਨਾ ਖੀਰ ਤੇ ਸ਼ਬਦ ਕਹਿੰਦੇ ਨੇ ਸਾਕਤ ਸਵਾਨ ਸਭ ਕਰੈ ਕਰਾਇਆ। ਫਿਰ ਸੁਣਿਓ ਕੈਸੀ ਖੇਡ। ਇੱਕ ਪਾਸੇ ਕਹਿ ਰਹੇ ਨੇ ਕੀ ਫਾਇਦਾ, ਨਾ ਸੁਣਾ, ਦੂਰ ਰਹੋ। ਦੂਜੇ ਪਾਸੇ ਕਹਿੰਦੇ ਨੇ ਵਾਹਿਗੁਰੂ ਇਹ ਤੇਰੀ ਰਚੀ ਕੋਈ ਖੇਡ ਹੈ, ਸਾਕਤ ਤੇ ਕੁੱਤੇ ਤੂੰ ਹੀ ਪੈਦਾ ਕੀਤੇ ਨਾ। ਜੋ ਧੁਰ ਲਿਖਿਆ ਸੋ ਕਰਮ ਕਮਾਇਆ, ਜੋ ਤੂੰ ਧੁਰ ਲਿਖ ਦਿੱਤਾ ਉਹ ਕਰਮ ਕਮਾ ਰਹੇ ਨੇ। ਮੇਰੀ ਸਿਰਫ ਇੱਕ ਬੇਨਤੀ ਗੁਰਮੁਖੋ, ਇਹਦੇ ਵਿੱਚ ਇਹ ਸ਼ਬਦ ਗੁਰੂ ਸਾਹਿਬ ਦਾ ਖਿਰਦਾ। ਹੁਣ ਅੱਗੇ ਆਪਾਂ ਦੇਖਾਂਗੇ ਜੀ ਇਹ ਸ਼ਬਦ ਉਲਾਂਭੇ 'ਚ ਨਾ ਕੇਵਲ ਲਈਏ। ਉਹ ਖਿਰਦਾ ਕਿਹੜੇ ਬੰਦੇ ਮਾਰੇ ਗਏ? ਹੋਰ ਇੱਕ ਜਿਹੜੇ ਐਸ਼ੋ ਇਸ਼ਰਤ ਵਿੱਚ ਫਸੇ ਪਠਾਨ ਸਨ, ਜਾਂ ਉੱਥੋਂ ਦੇ ਹਿੰਦੂ ਖੱਤਰੀ ਸਨ, ਜਿਹੜੇ ਅਮੀਰ ਸਨ। ਦਿਨ ਮੈਂ ਕੱਲ ਅਰਜ਼ ਕੀਤੀ, ਜਿਨ੍ਹਾਂ ਨੂੰ ਪ੍ਰਮਾਤਮਾ ਬਿਲਕੁਲ ਭੁੱਲਿਆ। ਅੱਗੇ ਗੁਰੂ ਜੀ ਕਹਿਣਗੇ ਕਿ ਜਿਹੜੇ ਤਾਕਤਵਰਾਂ ਨਾਲ ਤਾਕਤਵਰ ਮੱਥਾ ਲਾਉਂਦੇ ਤੇ ਚੰਗਾ, ਜਿਹੜੇ ਗਰੀਬ ਬੰਦੇ ਤੁਸੀਂ ਧੂ ਧੋ ਕੇ ਬੀਬੀਆਂ ਬੱਚੇ ਬਾਹਰ ਕੱਢ ਕੇ ਤੂੰ ਮਾਰ ਦਿੱਤੇ ਹੋਏ, ਇਹ ਕੀ ਬਣਿਆ? ਇੱਥੇ ਸੱਚ ਹੈ ਜੇ ਮੇਰਾ ਅੰਦਰ ਕਹਿੰਦਾ ਹੈ, ਜੋ ਗੁਰਮੁਖਾਂ ਸਾਡੇ ਪੁਰਾਤਨ ਅਰਥ ਕੀਤੇ ਨੇ, ਪ੍ਰਮਾਤਮਾ ਇੰਨੀ ਮਾਰ ਪਈ ਤੇਰੇ ਅੰਦਰ ਤਰਸ ਨਹੀਂ ਆਇਆ। ਹੁਣ ਅੱਗੇ ਦੇਖਿਓ, ਇਹ ਕਰਨਾਮਈ ਸ਼ਬਦ ਹੈ। ਇਹ ਸ਼ਬਦ ਕਹਿ ਕੇ ਇੱਕੋ ਦਮ ਸਾਡੀ ਸੁਰਤ ਨੂੰ ਫਿਰ ਚੁੱਕ ਕੇ ਰੱਬ ਦੇ ਸ਼ੁਕਰ 'ਚ ਲੈ ਜਾਣਗੇ। ਜਿਵੇਂ ਪਿਛਲੇ ਸਾਲਾਂ 'ਚ ਕਿਹਾ ਸੀ, ਜੇ ਅਸੀਂ ਜਪਜੀ ਸਾਹਿਬ ਦੇ ਪਾਠ ਕਰਦੇ ਹਾਂ, ਮੈਂ ਅਰਜ਼ ਕੀਤੀ ਸੀ, ਜਦੋਂ ਅਸੰਖ ਜਪ ਅਸੰਖ ਭਾਵ ਵਾਲੀ ਪੌੜੀ, ਇਹ ਸਾਰੀ ਦੀ ਸਾਰੀ ਧਰਮੀ ਪੁਰਸ਼ਾਂ ਦੀ ਗਿਣਤੀ ਹੈ। ਜਪ ਕਰਨ ਵਾਲੇ, ਤਪ ਕਰਨ ਵਾਲੇ, ਸਿਮਰਨ ਕਰਨ ਵਾਲੇ ਸੂਰਮੇ। ਇਹਦੇ ਅਖੀਰ 'ਚ ਗੁਰੂ ਜੀ ਕਹਿੰਦੇ, ਅਸੰਖ ਮੋਨ ਲਿਵ ਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ। ਇਹ ਤਾਂ ਕਾਰ ਭਲੀ। ਹੁਣ ਇਸ ਤੋਂ ਅਗਲੀ ਜਿਹੜੀ ਪੌੜੀ ਹੈ ਉਹਦੇ ਸਾਰੇ ਮੰਦ ਕਰਮੀਆਂ ਦੀ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ। ਇਸ ਪੌੜੀ ਦੇ ਅਖੀਰ 'ਚ ਮਹਾਰਾਜ ਕਹਿੰਦੇ, ਅਸੰਖ ਨਿੰਦਕ ਸਿਰ ਕਰੈ ਭਾਰ, ਨਾਨਕ ਨੀਚ ਕਹੇ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇੱਕ ਪਾਸੇ ਮੱਧ ਕਰਮੀ, ਦੂਜੇ ਪਾਸੇ ਚੰਗੇ। ਹੁਣ ਇਸੇ ਤਰੀਕੇ ਨਾਲ ਯਾਦ ਰੱਖਿਓ, ਮੈਨੂੰ ਜਿੰਨੀ ਕੁ ਸਮਝ ਪਈ, ਮੈਂ ਕਹਿੰਦਾ ਗੁਰੂ ਸਾਹਿਬ ਦਾ ਕਰੁਣਾਮਈ ਹਿਰਦਾ ਹੈ। ਇਹਨੂੰ ਹੁਣ ਇਸ ਪਾਸੇ ਨੇ ਤਾਂ ਲਾਂਭਾ ਦੇ ਦਿੱਤਾ ਜੀ, ਇੰਨੀ ਕੁ ਗੱਲ ਫੜੀ। ਤੇ ਯਾਦ ਰੱਖੋ, ਨਾਮਦੇਵ ਨਹੀਂ ਕਹਿੰਦਾ, ਇਹ ਪੰਡੀਆਂ ਮੋਕੋ ਢੇਡ ਕਹਿ ਤੇ ਤੇਰੀ ਪੈਜ ਪਛਾਉਂਦੀ ਹੋਏ ਲਾ। ਤੇ ਰੱਬ ਨਾਮਦੇਵ ਦਾ ਮੁਥਾਜ ਇਕੱਲਾ।
ਵਾਹਿਗੁਰੂ ਜੀ ਉਹ ਕਹਿੰਦੇ ਨੇ ਜੇ ਮੈਨੂੰ ਧੱਕੇ ਪੈ ਗਏ ਮੇਰਾ ਕੁਝ ਨਹੀਂ ਜਾਣਾ, ਤੇਰੀ ਪੈਜ ਪਿਛੋਡੀ ਹੋਏ ਲਾ, ਤੂੰ ਪਿੱਛੇ ਡਿੱਗ ਪੈਣਾ। ਇਹਦੇ ਅਰਥ ਹੀ ਨਾ, ਤੇਰੀ ਪੈਜ ਪਿਛੋਡੀ ਹੋਏ ਲਾ, ਪੰਡੀਆਂ ਮੋਕੋ ਢੇਡ ਕੈਤ ਖੈ। ਪਰ ਪਿਆਰਿਓ ਇਹ ਆਪਾਂ ਕਹਾਂਗੇ ਰੱਬ ਨੂੰ ਲੜ ਰਹੇ ਨੇ। ਇੱਕ ਕਰੁਣਾਮਈ ਹਿਰਦਾ ਹੈ, ਵੇਦਨਾ 'ਚ ਭਿੱਜਾ ਹਿਰਦਾ ਹੈ। ਮੈਂ ਇਸ ਕਰਕੇ ਕਿਹਾ ਜੇ ਇਹ ਅਰਥ ਕਰੀਏ, ਜੇ ਨਹੀਂ ਜੀ ਤੈਨੂੰ ਕਿਹਦਾ ਦਰਦ ਆਉਣਾ ਸੀ ਮਰਦੇ ਤੇ ਮਰਨ ਦੇ, ਨਹੀਂ ਪਿਆਰਿਓ ਫਿਰ ਬਾਬਾ ਜੀ ਨੂੰ ਕੀ ਲੋੜ ਸੀ ਐਮਨਾਬਾਦ ਆਉਣ ਦੀ। ਕਿਉਂਕਿ ਹਿੰਦੁਸਤਾਨ ਦੀ ਤਵਾਰੀਖ ਵਿੱਚ ਮੈਂ ਕੱਲ ਵੀ ਕਿਹਾ, ਇਹ ਹਿੰਦੁਸਤਾਨ ਦੀ ਤਰਾਸਦੀ, ਜਿਨ੍ਹਾਂ ਨੂੰ ਛਿੱਤਰ ਮਾਰ ਕੇ ਹਰਾਇਆ ਹੁੰਦਾ ਉਹਨਾਂ ਦਾ ਇਤਿਹਾਸ ਪੜ੍ਹੀ ਜਾਂਦੇ ਆ। ਪਾਣੀਪਤ 'ਚ ਇੰਨੀ ਕੁੱਟ ਪਈ ਰਹਿ ਰੱਬ ਦਾ ਨਾਂ, ਸਾਰੇ ਹਿੰਦੁਸਤਾਨ 'ਚੋਂ ਹੀ ਦੱਸਿਆ ਇੰਨੀ ਛਿੱਤਰ ਪਏ। ਉਹ ਘੱਟੋ ਘੱਟ ਜਿਸ ਬੰਦੇ ਨੇ 800 ਸਾਲ ਦਾ ਤਕਰੀਬਨ ਮੁਗਲ ਰਾਜ, ਲੋਧੀ ਰਾਜ, ਉਹਦੀਆਂ ਜੜ੍ਹਾਂ ਹਿਲਾ ਕੇ ਥੋੜ੍ਹੇ ਜਿਹੇ ਖਿੱਤੇ 'ਚ ਸੱਚੀ ਮੁੱਚੀ ਖਾਲਸਾ ਰਾਜ ਕਾਇਮ ਕਰ ਦਿੱਤਾ, ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਹੀ ਨਹੀਂ ਪੜ੍ਹਾਉਂਦੇ। ਇਹਦਾ ਮਤਲਬ ਹਿੰਦੁਸਤਾਨ ਦੀ ਸੈਕੀ ਜਿਹਨੇ ਕੁੱਟਿਆ ਉਹਨਾਂ ਦਾ ਪੜ੍ਹਾਓ। ਜਿਸ ਗੁਰੂ ਗੋਬਿੰਦ ਸਿੰਘ ਜੀ ਨੇ 14 ਜੰਗਾਂ ਲੜੀਆਂ, ਈਨ ਨਹੀਂ ਮੰਨੀ ਕਿਸੇ ਦੀ। ਤੇ ਮੈਂ ਇਸ ਕਰਕੇ ਨਹੀਂ ਆਪਾਂ ਸਿੱਖ ਹਾਂ ਇੱਕ ਦੂਜੇ ਦੀ ਸ਼ੋਭਾ ਕਰੀ ਜਾਈਏ, ਮੈਂ ਕਹਾਂਗਾ ਦੁਨੀਆ ਦਾ ਇਤਿਹਾਸ ਪੜ੍ਹ ਕੇ ਦੇਖ ਲਓ। ਆ ਜਦੋਂ ਤਾਜ਼ੀਆ ਨਿਕਲਦਾ ਹੈ, ਕਰਬਲਾ ਦੀ ਗੱਲ ਚੱਲਦੀ ਹੈ, ਜਿਹੜੇ ਸ਼ੀਆ ਵੀਰ ਨੇ, ਚਲੋ ਇਹ ਵੱਖਰੀ ਹਿਸਟਰੀ ਹੈ, ਸ਼ੀਆ ਕੌਣ ਤੇ ਸੁੰਨੀ ਕੌਣ। ਸੁੰਨੀ ਦਾ ਅਰਥ ਇਹ ਨਹੀਂ ਵੀ ਜਿਹੜੇ ਸੁਣ ਕੇ ਹੋ ਗਏ, ਜਿਹੜੇ ਸ਼ੀਆ ਨੇ, ਖਿਮਾ ਕਰਿਓ ਵੀਰ ਸੁਣ ਲੈਣ। ਕੱਲ ਵੀ ਮੁਸਲਮਾਨ ਵੀਰ ਦਾ ਇੱਕ ਸੁਣਦਿਆਂ ਕਮੈਂਟ ਆਇਆ ਸੀ ਪਾਕਿਸਤਾਨ ਤੋਂ, ਮੈਂ ਕਿਸੇ ਵੀ ਮਜ਼ਹਬ ਦੀ ਤੋਹੀਨ ਕਰ ਲਈ ਨਹੀਂ। ਉਸ ਵਕਤ ਜਦੋਂ ਲੜਾਈ ਹੋਈ, ਮਹਾਰਾਜ ਅੱਗੇ ਕਹਿਣਗੇ ਕੱਲ ਨੂੰ, ਮੁਗਲ ਪਠਾਣਾ ਭਈ ਲੜਾਈ ਰਣ ਮੈਂ ਤੇਗ ਵਗਾਈ, ਕਮਜ਼ੋਰੀਆਂ ਵੀ ਦੱਸਣਗੇ ਕਿਉਂ ਮਾਰ ਪਈ ਸਾਨੂੰ। ਹੁਣ ਉਹ ਜਿਹੜੇ ਸ਼ਬਦ ਨੇ ਮੈਂ ਅਰਜ਼ ਕਰਾਂਗਾ, ਸਤਿਗੁਰਾਂ ਨੇ ਉਹਨਾਂ ਸਾਰੇ ਸ਼ਬਦਾਂ ਦੇ ਵਿੱਚ ਜਿਹੜੀ ਇਹ ਬਖਸ਼ਿਸ਼ ਕੀਤੀ ਹੈ, ਇਹਦੇ ਵਿੱਚ ਸਾਨੂੰ ਸਮਝਾਉਣਾ ਕੀਤਾ ਹੈ ਕਿ ਗੁਰੂ ਸਾਹਿਬ, ਮੈਂ ਫਿਰ ਅਰਜ਼ ਕਰਾਂ, ਐਮਨਾਬਾਦ ਜਾਂਦੇ ਆ, ਉਹ ਕਰੁਣਾ 'ਚ ਭਰਿਆ ਹਿਰਦਾ ਹੈ। ਤੇ ਸੱਚ ਇਹ ਜੇ, ਮੈਂ ਤਾਂ ਕਿਹਾ ਵੀ ਸਾਡੇ ਸਿੱਖ ਵਿਦਵਾਨ, ਯੂਨੀਵਰਸਿਟੀਆਂ ਦੇ ਪ੍ਰੋਫੈਸਰ ਸਾਹਿਬ, ਉਹ ਛਾਤੀ ਠੋਕ ਕੇ ਗੱਲ ਕਹਿੰਦੇ ਆ ਕਿ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਨੇ ਹਿੰਦੁਸਤਾਨ ਬਾਰੇ ਕਹੀ, ਕੋਈ ਵੀ ਉਸ ਵਕਤ ਦੀ ਤਵਾਰੀਖ ਉਹਦੇ ਬਾਰੇ ਬੋਲਦੀ ਨਹੀਂ। ਇਹ ਰਾਸਲੀਲਾ ਦੀ ਗੱਲ ਕਰਨਗੇ, ਗੋਰੀ ਦੇ ਨੱਚਣ ਦੀ ਗੱਲ ਕਰਨਗੇ, ਪੈਰਾਂ 'ਚ ਘੁੰਗਰੂ ਦੀ ਗੱਲ ਕਰਨਗੇ, ਪਰ ਕੇਵਲ ਗੁਰੂ ਨਾਨਕ ਜਿਹੜਾ ਕਹੇਗਾ ਜੰਮ ਕਰ ਮੁਗਲ ਚੜਾਇਆ, ਅੱਜ ਜਮਦੂਤ ਬਣ ਕੇ ਆ ਗਿਆ। ਇਹ ਗੱਲ ਕੁਛ ਖਾਲਾਈ ਦਾ ਬਾੜਾ। ਤੁਸੀਂ ਦੇਖੋ ਪਿਛਲੇ ਕੀ ਹੋਇਆ, ਇੱਕ ਸ਼ਬਦ ਕੋਈ ਬੋਲਦਾ ਸੀ ਚੁੱਕ ਕੇ ਅੰਦਰ ਸੱਟ ਦਿੰਦੇ ਸੀ। ਮੈਂ ਕਹਿੰਦਾ ਵਾਹ ਸਤਿਗੁਰੂ, ਫਿਰ ਉੱਥੇ ਕਿਹਾ ਇਹ ਨਹੀਂ ਕਿ ਘਟਨਾ ਐਮਨਾਬਾਦ ਹੋਈ ਤੇ ਬਾਬਾ ਜੀ ਨਨਕਾਣਾ ਸਾਹਿਬ ਵਣ ਦੇ ਥੱਲੇ ਬੈਠੇ ਸੱਚ ਬੋਲੀ ਜਾ ਰਹੇ ਆ। ਇਹੀ ਹੈ ਨਾ ਸੱਚ। ਬੰਦੇ ਅੱਜ ਕੱਲ੍ਹ ਸੱਚ ਕਮਰਿਆਂ 'ਚ ਬੋਲਦੇ ਆ। ਹਾਂਜੀ, ਮੈਂ ਸੱਚ ਬੋਲ ਰਿਹਾ। ਯਾਦ ਰੱਖਿਓ, ਜਿੱਥੇ ਘਟਨਾ ਵਾਪਰੀ ਉਸ ਤੰਬੂਆਂ ਵਿੱਚ, ਉਹਨਾਂ ਕੈਦੀਆਂ ਵਿੱਚ ਸੱਚ ਐਵੇਂ ਲੋਕ ਵੈਣ ਪਾਉਂਦੇ ਪਏ ਸਨ। ਗੁਰੂ ਨਾਨਕ ਮਾਸ ਦੇ ਟੁਕੜਿਆਂ ਵਿੱਚ ਵੀ ਰੱਬ ਦੇ ਗੀਤ ਵਗਾ ਰਿਹਾ ਸੀ। ਸਾਹਿਬ ਕਹਿ ਕਿਆ ਕੱਲ ਮਾਰੇ ਨੇ ਕਿ ਮੈਂ ਉਹਦੇ ਗੁਣ ਗਾ ਰਿਹਾ ਹਾਂ। ਇਹ ਸਤਿਗੁਰਾਂ ਨੇ ਸ਼ਬਦ ਕਹਿ ਪ੍ਰਮਾਤਮਾ। ਹੁਣ ਅੱਗੇ ਸੁਣਿਓ ਅਰਥ ਹੋਰ। ਖੁਰਾਸਾਨ ਖਸਮਾਨਾ, ਕਿਉਂਕਿ ਅੱਜ ਮੈਂ ਸਿਰਫ ਇਹਨਾਂ ਅਰਥਾਂ ਤੇ ਜ਼ੋਰ ਦੇਣਾ ਸੀ। ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਪਰ ਤੇਰੇ ਤੇ ਕੋਈ ਲੇਪ ਸ਼ੇਪ ਨਹੀਂ। ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ। ਇਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ? ਕੀ ਤੈਨੂੰ ਇਹ ਦਰਦ ਨਹੀਂ ਆਇਆ? ਹਜ਼ੂਰ ਨੇ ਕਿਹਾ ਕਰਤਾ। ਹੁਣ ਦੇਖਿਓ, ਇਹ ਨਹੀਂ ਕਿਹਾ ਕਿ ਪ੍ਰਮਾਤਮਾ ਤੂੰ ਕੁਛ ਨਹੀਂ, ਤੈਨੂੰ ਦਰਦ ਨਹੀਂ ਆਇਆ, ਮੈਂ ਤੈਨੂੰ ਮੰਨਦਾ ਹੀ ਨਹੀਂ। ਕਰਤਾ ਤੂੰ ਸਭਨਾ ਕਾ ਸੋਈ। ਹੇ ਕਰਤੇਪੁਰ, ਸਿੱਧੇ ਅਰਥ ਹੁੰਦੇ ਪਏ ਨੇ, ਸਿੱਧਾ ਸੰਬੋਧਨ ਕਰਤੇ ਨੂੰ ਕੀਤਾ ਜਾ ਰਿਹਾ। ਕਰਤਾ ਤੂੰ ਸਭਨਾ ਕਾ ਸੋਈ, ਕਰਤਾ ਦਾ ਅਰਥ ਹੈ ਬਣਾਉਣ ਵਾਲਾ। ਹੇ ਅਕਾਲ ਪੁਰਖ ਵਾਹਿਗੁਰੂ, ਬਣਾਉਣ ਵਾਲਿਆ ਤੂੰ ਸਾਰਿਆਂ ਦਾ ਹੈ। ਕਰਤਾ ਤੂੰ ਸਭਨਾ ਕਾ ਸੋਈ, ਜੇ ਸਕਤਾ ਸਕਤੇ ਕੋ ਮਾਰੇ। ਹੁਣ ਇੱਥੇ ਇੱਕ ਸਵਾਲ ਉੱਠਣਾ ਸੀ ਵੀ ਕੱਲ੍ਹ ਤੇ ਕਥਾ 'ਚ ਕਹਿੰਦੇ ਪਏ ਸੋ ਵੀ ਇੱਥੇ ਲਾਲੋ ਕੂੜ ਪ੍ਰਧਾਨ ਫਿਰਦਾ, ਇੱਥੇ ਤਬਾਹੀਆਂ ਹੋਣਗੀਆਂ, ਕਾਇਆ ਕੱਪੜ ਟੁਕ ਟੁਕ ਹੋਸੀ, ਹਿੰਦੁਸਤਾਨ ਸਮਾਲ ਸੀ ਬੋਲਾ। ਤੇ ਅੱਜ ਤੁਸੀਂ ਅਰਥ ਕਰਦੇ ਪਏ ਹੋ ਬਾਬਾ ਜੀ ਨੇ ਕਹਿ ਦਿੱਤਾ ਵੀ ਇਹ ਕਿਉਂ ਹੋਇਆ, ਤੈਂ ਕੀ ਦਰਦ ਨਾ ਆਇਆ। ਹੁਣ ਅਗਲੀਆਂ ਤੁਕਾਂ ਇਸ ਦੇ ਅਰਥ ਕਰਨਗੀਆਂ ਕਿਉਂ ਕਿਆ ਤੈਂ ਕੀ ਦਰਦ ਨਾ ਆਇਆ। ਅੱਗੇ ਮਹਾਰਾਜ ਕਹਿੰਦੇ ਨੇ
ਕਰਤਾ ਤੂੰ ਸਭਨਾ ਕਾ ਸੋਈ, हे ਕਰਤੇ ਪੁਰਖ ਵਾਹਿਗੁਰੂ ਤੂੰ ਸਭ ਦਾ ਹੈ, ਚੰਗੇ ਵੀ ਤੇਰੇ ਮੰਦੇ ਵੀ ਤੇਰੇ। ਗੁਰਮੁਖੋ, ਜਦੋਂ ਸਤਿਗੁਰੂ ਦੇ ਅੰਮ੍ਰਿਤ ਬਚਨ ਪੜ੍ਹਦੇ ਆ ਨਾ, ਮੈਨੂੰ ਫਿਰ ਭਾਈ ਸਾਹਿਬ ਦੇ ਬਚਨ ਯਾਦ ਆਉਂਦੇ ਆ। ਗੁਰੂ ਸਾਹਿਬ, ਗੁਰੂ ਘਰ 'ਚ ਗੁੱਸੇ ਨੂੰ ਕੋਈ ਥਾਂ ਨਹੀਂ, ਗੁਰੂ ਘਰ 'ਚ ਵੀਰ ਰਸ ਨੂੰ ਬੜੀ ਵੱਡੀ ਥਾਂ ਹੈ। ਗੁਰੂ ਘਰ ਵਿੱਚ ਮੋਹ ਦੀ ਕੋਈ ਥਾਂ ਨਹੀਂ, ਗੁਰੂ ਘਰ ਵਿੱਚ ਪਿਆਰ ਦੀ ਬੜੀ ਥਾਂ ਹੈ। ਗੁਰੂ ਘਰ ਵਿੱਚ ਹੰਕਾਰ ਨੂੰ ਕੋਈ ਥਾਂ ਨਹੀਂ, ਪਰ ਗੁਰੂ ਘਰ ਵਿੱਚ ਅਣਖ ਨੂੰ ਬੜੀ ਵੱਡੀ ਥਾਂ ਹੈ। ਸ਼ਬਦ ਪਲਟੇ ਹੋਏ ਹਨ ਨਾ। ਹਜ਼ੂਰ ਸੱਚੇ ਪਾਤਸ਼ਾਹ ਜੇ ਸੁਰਤ ਨੂੰ ਚੁੱਕ ਕੇ ਦੇਖੀਏ ਤੇ ਮਹਾਰਾਜ, ਜਦੋਂ ਮੈਂ ਕਿਹੜੀ ਦੇਖਣਾ ਕਿ ਸਤਿਗੁਰੂ ਇੰਨਾ ਵਰਤਾਰਾ ਵਰਤ ਜਾਂਦਾ ਹੈ, ਰੂਹਾਨੀ ਪੁਰਸ਼ ਈਰਖਾ 'ਚ ਜਿਉਂਦਾ ਹੈ। ਵਾਹਿਗੁਰੂ ਜਿਹੜਾ ਟੁੱਟਾ ਹੋਇਆ ਈਰਖਾ ਜਿਉਂਦਾ ਹੈ, ਰੂਹਾਨੀ ਪੁਰਸ਼ ਜਿਹੜਾ ਉਹ ਈਰਖਾ ਤੋਂ ਮੁਕਤ ਹੈ। ਹੁਣ ਜਦੋਂ ਪਾਠ ਕਰਨੇ ਆ ਬਾਬਾ ਜੀ ਦਾ, ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ, ਇਹ ਕੀ ਹੈ? ਇੱਕ ਪਾਸੇ ਜੰਮ ਕਰ ਮੁਗਲ ਚੜਾਇਆ, ਨਮੋ ਕਲਹਿ ਕਰਤਾ, ਤੂੰ ਕਲਾ ਕਲੇਸ਼ ਦਾ ਮੁੱਢ ਤੂੰ ਹੈ। ਇਹ ਅਰਥ ਜਾਪ ਸਾਹਿਬ ਦੇ ਨੇ। ਨਮੋ ਕਲਹਿ ਕਰਤਾ, ਕਲੇਸ਼ ਪਾਉਣ ਵਾਲਾ ਹਰ ਕਰਤਾ ਤੂੰ ਹੈ। ਨਮੋ ਸ਼ਾਂਤ ਰੂਪੇ, ਇੱਕ ਪਾਸੇ ਲੋਕਾਂ ਦੇ ਸਿਰ ਵਢੀਂਦੇ ਪਏ, ਤੂੰ ਸ਼ਾਂਤ ਹੋ ਕੇ ਬੈਠਾ ਹੋਇਆ, ਬੈਠਾ ਬੈਠਾ ਵੇਖੇ ਵੱਖ ਅਕੇਲਾ। ਨਮੋ ਅੰਧਕਾਰੇ, ਤੂੰ ਹਨੇਰਾ ਹੈ, ਤੂੰ ਨਮੋ ਤੇਜ ਤੇਜੇ ਵੀ ਹੈ। ਮੈਂ ਇਸ ਕਰਕੇ ਬੇਨਤੀ ਕੀਤੀ ਵੀ ਇਹਨਾਂ ਅਰਥਾਂ ਨੂੰ ਸਿਰਫ ਇਤਿਹਾਸਕ ਘਟਨਾ ਵਾਲੀ ਗੱਲ ਚੁੱਕ ਲਈ, ਮਹਾਰਾਜ ਨੂੰ ਲਾਮਾ ਦੇ ਦਿੱਤਾ। ਨਹੀਂ ਪਿਆਰਿਓ, ਕਈ ਵਾਰੀ ਉਲਾਮੇ ਨਹੀਂ ਦਿੱਤੇ ਜਾਂਦੇ, ਲਾਡ ਭਰੇ ਵੀ ਸ਼ਬਦ ਕਹੇ ਜਾਂਦੇ ਆ। ਤੇਰਾ ਭਰੋਸਾ ਪਿਆਰੇ, ਮੈਂ ਲਾਡ ਲੜਾਇਆ ਹੈ। ਗੁਰੂ ਸਾਹਿਬ ਕਹਿੰਦੇ ਕਰਤਾ ਤੂੰ ਸਭਨਾ ਕਾ ਸੋਈ। ਇੱਥੇ ਇਹ ਨਹੀਂ ਕਿਹਾ ਤੂੰ ਮੁਗਲ ਦਾ, ਤੂੰ ਸਭਨਾ ਕਾ ਸੋਈ, ਤੂੰ ਸਭ ਦਾ ਹੈ। ਜਿਹਨੂੰ ਕਬੀਰ ਸਾਹਿਬ ਕਹਿੰਦੇ ਆ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਦੋਹਾਂ ਸਿਰਿਆਂ ਕਾ, ਹਾਰਨ ਵਾਲੇ ਪਾਸੇ ਵੀ ਜਿੱਤਣ ਵਾਲੇ ਵੀ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰਜਾਮੀ। ਕਰਤਾ ਤੂੰ ਸਭਨਾ ਕਾ ਸੋਈ, ਤੂੰ ਸਭ ਦਾ ਹੈ। ਅੱਗੇ ਗੁਰੂ ਸਾਹਿਬ ਕਹਿੰਦੇ, ਜੇ ਸਕਤਾ ਸਕਤੇ ਕਉ ਮਾਰੇ। ਇੱਥੇ ਸਕਤਾ ਦਰ ਤੇ ਤਕੜਾ, ਸ਼ਕਤੀ ਵਾਲਾ, ਬਲ ਵਾਲਾ। ਜੇ ਸਕਤਾ ਸਕਤੇ ਕੋ ਮਾਰੇ, ਇਹ ਗੱਲ ਕਲੀਅਰ ਕਹਿ ਰਹੇ ਨੇ। ਮੈਂ ਕਿਉਂ ਕਿਹਾ ਵੀ ਤੈਂ ਕੀ ਦਰਦ ਨਾ ਆਇਆ। ਜੇ ਸਕਤਾ ਸਕਤੇ ਕੋ ਮਾਰੇ, ਕੱਲ ਵਾਲੀ ਗੱਲ ਕਲੀਅਰ ਹੋਵੇਗੀ। ਸਾਕਤ, ਸਕਤਾ ਅਰਥ ਇਹ ਸਾਕਤ ਨਹੀਂ, ਸਕਤਾ ਤਾਕਤ ਵਾਲਾ, ਤਕੜਾ, ਬਲਵਾਨ। ਜੇ ਸਕਤਾ ਸਕਤੇ ਕੋ ਮਾਰੇ, ਜੇ ਤਾਕਤ ਵਾਲਾ ਬੰਦਾ ਤਾਕਤ ਵਾਲੇ ਨਾਲ ਟੱਕਰ ਲਏ ਤੇ ਮਹਾਰਾਜ ਕਹਿੰਦੇ ਤਾਂ ਮਨ ਰੋਸ ਨਾ ਹੋਈ। ਮੇਰੇ ਮਾਲਕਾ, ਫਿਰ ਮਨ 'ਚ ਰੋਸ ਨਹੀਂ ਹੁੰਦਾ ਵੀ ਤਗੜੇ ਸਨ। ਇਸੇ ਕਰਕੇ ਮੈਂ ਕਹਿੰਦਾ ਚਮਕੌਰ ਦੀ ਗੱਲ ਅਸੀਂ ਕਰਨੇ ਆ, ਐ ਠੋਕ ਕੇ ਕਹਿੰਦੇ ਆ, ਪਰ ਜਦੋਂ ਸਰਹੰਦ ਦੀ ਗੱਲ ਹੁੰਦੀ ਏ, ਉਦੋਂ ਸਰਹੰਦ ਦੀ ਇੱਟ ਨਾਲ ਇੱਟ ਖੜ ਗਈ। ਉਹ ਜੂਝੇ ਵੱਡੇ, ਵਾਹਿਗੁਰੂ ਵੱਡੇ ਸਾਹਿਬਜ਼ਾਦੇ ਜੂਝੇ। ਕਵੀ ਸੈਨਾਪਤ ਕਹਿੰਦਾ, ਬਾਬਾ ਅਜੀਤ ਸਿੰਘ ਦੀ ਤਲਵਾਰ ਚੱਲਦੀ ਸੀ ਤੇ ਕਈਆਂ ਦੇ ਗਾਟੇ ਨਾਲ ਲਾ ਦਿੰਦੀ ਸੀ, ਪਰ ਜਿਨ੍ਹਾਂ ਨੂੰ ਨੀਆਂ ਵੀ ਸ਼ਹੀਦ ਕੀਤਾ, ਉਹ ਤਾਂ ਜ਼ੁਲਮ ਦੀ ਹਨੇਰੀ ਝੁੱਲੀ ਨਾ। ਮੈਂ ਫਿਰ ਬੇਨਤੀ ਕਰਾਂ, ਗੁਰੂ ਜੀ ਕਹਿੰਦੇ ਕਰਤਾ ਤੂੰ ਸਭਨਾ ਕਾ ਸੋਈ, ਜੇ ਸਕਤਾ ਸਕਤੇ ਕੁਮਾਰੈ। ਜੇ ਮੁਗਲ ਚੜ ਕੇ ਆਇਆ ਸੀ, ਇਧਰ ਪਠਾਨ ਵੀ ਲੜੇ, ਤਾਕਤ ਵਾਲਿਆਂ ਨਾਲ ਤਾਕਤ ਵਾਲੇ ਭਿੜੇ, ਪਰ ਆਹ ਗਰੀਬਾਂ ਦਾ ਕੀ ਕਸੂਰ ਸੀ ਜਿਨ੍ਹਾਂ ਨੂੰ ਕੁੱਲੀਆਂ ਚੋਂ ਕੱਢ ਕੱਢ ਕੇ ਤੇਰੇ ਸਿਪਾਹੀਆਂ ਨੇ ਟੁਕੜੇ ਟੁਕੜੇ ਕਰ ਦਿੱਤੇ। ਹੱਥਾਂ ਲੱਗਾ ਗਰੀਬ ਕਿਉਂ ਮਾਰੇ, ਇਹਨਾਂ ਦਾ ਕੀ ਦੋਸ਼। ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਫਿਰ ਮਨ ਵਿੱਚ ਕੋਈ ਰੋਸ ਨਹੀਂ, ਕੋਈ ਗਿਲਾ ਨਹੀਂ, ਕਿਉਂਕਿ ਗਿਆ ਸੀ ਮੈਦਾਨ ਵਿੱਚ, ਜੂਝ ਕੇ ਆਇਆ, ਲੜ ਕੇ ਆਇਆ, ਕੋਈ ਰੋਸ ਨਹੀਂ। ਰੋਸ ਉਦੋਂ ਹੈ ਜਦੋਂ ਨਿਰਬਲ ਉੱਤੇ ਬਲਵਾਨ ਬੰਦਾ ਜ਼ੁਲਮ ਦੀ ਖੱਦ ਮੁਕਾ ਦਿੰਦਾ ਹੈ। ਫਿਰ ਬੇਨਤੀ, ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ਼ ਨਾ ਹੋਈ ਰਹਾਓ। ਮੈਂ ਇੱਕ ਅਰਜ਼ ਕੀਤੀ, ਤੈਂ ਕੀ ਦਰਦ ਨਾ ਆਇਆ ਦੇ ਅਰਥ ਹੋ ਸਕਦਾ ਹੈ ਮੈਂ ਤੁਹਾਡੀ ਸੇਵਾ ਇਹ ਕਰ ਸਕਾਂ ਅੱਜ। ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਹੀਂ, ਤਾਂ ਰੋਸ ਹੈ ਕਿਉਂਕਿ ਜਿਨ੍ਹਾਂ ਨੇ ਸ਼ਸਤਰ ਵੀ ਪਕੜੇ ਉਹ ਮਾਰ ਸੁੱਟੇ। ਰਹਾਓ ਅੱਗੇ ਜੀ, ਸਕਤਾ ਸ਼ਿਹੂ, ਸ਼ੀ ਸ਼ੇਰ,
ਤਾਕਤ ਵਾਲਾ ਬੰਦਾ ਸ਼ੇਰ ਬਣ ਕੇ ਆ ਗਿਆ। ਤੇ ਅੱਗੇ ਜੀ, ਸਕਤਾ ਛਿਉ ਮਾਰੈ ਪੈ ਵਗੈ। ਵਗ ਦਾ ਅਰਥ ਵੈਸੇ ਵਿਦਵਾਨਾਂ ਨੇ ਗਊਆਂ ਕੀਤਾ ਹੈ। ਹੁਣ ਵਗ ਤਾਂ ਕਈ ਹੁੰਦੇ ਨੇ ਨਾ, ਇਕੱਠ ਸਮੂਹ ਕਹਿ ਲਓ। ਸਕਤਾ ਛਿਉ ਮਾਰੇ ਪੈ ਵਗੈ, ਤਾਕਤ ਵਾਲਾ ਬੰਦਾ ਸ਼ੇਰ ਬਣ ਕੇ ਆ ਗਿਆ ਤੇ ਗਰੀਬ ਗਊਆਂ ਉਹਨਾਂ ਉੱਤੇ ਵਾਰ ਕਰਨਾ ਸ਼ੁਰੂ ਕਰ ਦਿੱਤਾ। ਵਗ ਦੇ ਅਰਥ ਤਕਰੀਬਨ ਹਰ ਵਿਦਵਾਨ ਪੁਰਸ਼ ਨੇ ਗਊਆਂ ਕੀਤਾ। ਇਹਦਾ ਮਤਲਬ ਵਾਹਿਗੁਰੂ ਜੀ ਹੁਣ ਦੂਜੇ ਪਾਸੇ ਨੇ ਕੋਈ ਅਰਥ ਕਰਨ ਲੱਗ ਪਏ ਇਸ ਤੁਕ ਨੂੰ ਲੈ ਕੇ। ਮਹਾਰਾਜ ਨੇ ਵੀ ਕਿਹਾ ਗਾਂ ਦੀ ਰੱਖਿਆ ਕਰਿਆ ਜੇ। ਇੱਥੇ ਸਿਰਫ ਇੱਕ ਹੈ ਕਿ ਗਾਂ ਲੜਨਾ, ਉਹਨੇ ਸ਼ੇਰ ਦੀ ਤਰ੍ਹਾਂ ਕਿਤੇ ਪੰਜੇ ਮਾਰਨੇ ਆ, ਉਹਨੇ ਆਪਣੇ ਦੰਦਾਂ ਨਾਲ ਚੀਰਨਾ। ਇੱਥੇ ਨਿਮਰਤਾ ਦਾ, ਗਰੀਬੀ ਦਾ ਤੇ ਨਿਰਦੋਸ਼ਤਾ ਦਾ ਪ੍ਰਤੀਕ ਹੈ। ਇਹ ਪ੍ਰਤੀਕ ਹੈ ਇਸ ਵਿੱਚ। ਸਕਤਾ ਛਿਉ ਮਾਰੈ ਪੈ ਵਗੈ, ਤਾਕਤ ਵਾਲਾ ਬੰਦਾ ਸ਼ੇਰ ਬਣ ਕੇ ਗਊਆਂ ਦੇ ਵੱਗ ਉੱਤੇ ਹਮਲਾ ਕਰਦਾ ਹੈ, ਜਿਨ੍ਹਾਂ ਨੂੰ ਪਤਾ ਹੀ ਨਹੀਂ। ਮਹਾਰਾਜ ਅੱਗੇ ਕਹਿੰਦੇ ਆ, ਭਾਈ ਖਸਮੈ ਸਾ ਪੁਰਸਾਈ। ਖਸਮੈ ਦਾ ਅਰਥ ਹੈ ਮਾਲਕ, ਸਾ ਪੁਰਸਾਈ ਉਹਦੇ ਤੋਂ ਪੁੱਛ ਹੋਵੇਗੀ ਜਿਹੜਾ ਇਹਨਾਂ ਦਾ ਖਸਮ ਹੈ। ਵੇਖੋ ਸ਼ਬਦ ਮੇਰੇ ਫਿਰ ਧਿਆਨ ਨਾਲ ਸੁਣਿਓ। ਹਾਂ, ਮੈਨੂੰ ਪਤਾ ਇਹ ਕੁਝ ਇੱਕ ਮੈਂ ਵਿਦਵਾਨ ਨੂੰ ਪੜ੍ਹਿਆ, ਉਹ ਸੰਜਨ ਨੇ ਕਿਹਾ ਸਕਤਾ ਸੀ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ, ਵੀ ਜਿਹੜੇ ਲੋਧੀ ਸਨ ਜਿਨ੍ਹਾਂ ਦਾ ਰਾਜ ਸੀ ਉਹ ਖਸਮ ਸਨ ਵਗ ਦੇ, ਤੇ ਉਹਨਾਂ ਤੋਂ ਪੁੱਛ ਹੋਣੀ ਚਾਹੀਦੀ ਤੁਸੀਂ ਕਿਉਂ ਨਹੀਂ ਰੋਕ ਸਕੇ। ਚਲੋ ਉਹਨਾਂ ਦਾ ਖਿਆਲ ਹੈ, ਪਰ ਇੱਥੇ ਮੇਰੀ ਬੇਨਤੀ ਹੈ, ਹਜ਼ੂਰ ਕਹਿ ਰਹੇ ਨੇ ਕਿ ਇੱਕ ਤਾਕਤ ਵਾਲਾ ਸ਼ੇਰ ਬਣ ਕੇ ਆ ਗਿਆ। ਉਹਨੇ ਨਿਰਦੋਸ਼ ਜਨਤਾ, ਗਰੀਬ ਜਨਤਾ, ਭੋਲੇ ਭਾਲੇ ਬੰਦੇ, ਉਹਨਾਂ ਉੱਤੇ ਹਮਲਾ ਚਾ ਕੀਤਾ, ਗਾਵਾਂ ਜਿਵੇਂ ਮਾਰ ਸੱਟੀਆਂ। ਸਕਤਾ ਛਿਉ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ। ਪੁਰਸਾਈ ਸ਼ਬਦ ਜਿਹੜਾ ਹੈ ਪੁਰਸਿਸ਼, ਇਹ ਫਾਰਸੀ ਦਾ ਲਫ਼ਜ਼ ਹੈ ਜੀ। ਗੁਰੂ ਸਾਹਿਬ ਨੇ ਇਹਦਾ, ਇਹ ਗੁਰਮੁਖੀ ਵਿੱਚ ਕਹਿ ਲਓ, ਪੰਜਾਬੀ 'ਚ ਪੁਰਸਾਈ ਦਾ ਅਰਥ ਪੁੱਛ ਗਿੱਛ ਹੋਣੀ। ਉਹਨੂੰ ਪੁੱਛਿਆ ਜਾਏਗਾ ਤੂੰ ਕਿੱਥੇ ਸੈਂ, ਆ ਵਗ ਮਾਰ ਸੁੱਟਿਆ। ਖਸਮੈ ਸਾ ਪੁਰਸਾਈ। ਵਾਹਿਗੁਰੂ ਅਗਲੇ ਸ਼ਬਦ ਸੁਣੋ। ਮਹਾਰਾਜ ਕਹਿੰਦੇ ਆ, ਰਤਨ ਵਿਗਾੜ ਵਗੋਏ ਕੁੱਤੀ। ਆਹ ਸ਼ਬਦ ਨਹੀਂ ਕੋਈ ਕਹਿ ਸਕਿਆ ਹਿੰਦੁਸਤਾਨ 'ਚ। ਰਤਨ, ਉਹ ਬੰਦੇ ਚੰਗੇ ਭਲੇ ਇਮਾਨਦਾਰ ਬੰਦੇ, ਉਹਨਾਂ ਦੇ ਰਤਨਾਂ ਵਰਗੇ ਜਿਹੜੇ ਚਮਕਦੇ ਸਰੀਰ ਸਨ। ਰਤਨ ਵਿਗਾੜ ਵਗੋਏ, ਖੁਆਰ ਕੀਤੇ। ਕੁੱਤੀ, ਤੇਰੇ ਸਿਪਾਹੀ ਜਿਹੜੇ ਸਨ ਹਲਕੇ ਕੁੱਤੇ ਨੇ। ਯਾਦ ਰੱਖੋ ਇਹ ਸ਼ਬਦ ਉੱਥੇ ਕਹੇ ਜਾ ਰਹੇ ਆ। ਰਤਨ ਵਿਗਾੜ ਵਗੋਏ ਕੁੱਤੀ। ਜਿਵੇਂ ਕੁੱਤਾ ਲਾਸ਼ ਦੇ ਟੁਕੜੇ ਨਹੀਂ ਕਰਦਾ, ਤੁਸੀਂ ਦੇਖੋ ਕੁੱਤਾ ਕਿਵੇਂ ਖਿੱਚਦਾ। ਆਹ ਸ਼ਬਦ ਕਹਿਣਾ, ਮਹਾਰਾਜ ਕਹਿੰਦੇ ਆ ਮੈਂ ਵੇਖਿਆ ਬਾਹਰ, ਕਹਿੰਦੇ ਸਰੀਰ ਪਏ ਆ ਜਿਵੇਂ ਕੁੱਤੇ ਮਾਸ ਧੁੰਦੇ ਆ, ਕੋਈ ਹੱਥ ਚੁੱਕ ਰਿਹਾ, ਕੋਈ ਸਿਰ 'ਚ, ਕੋਈ ਕਿਸੇ। ਕਹਿੰਦੇ ਤੁਸੀਂ ਟੁਕੜੇ ਟੁਕੜੇ ਕਰ ਦਿੱਤੇ ਹੋਏ ਤੇਰੇ ਸਿਪਾਹੀਆਂ ਨੇ। ਅੱਗੇ ਸ਼ਬਦ ਵਰਤਿਆ ਕੁੱਤਿਆਂ ਨੇ। ਮੈਂ ਤਾਂ ਕਿਹਾ ਜਿਹੜਾ ਕਹਿੰਦਾ ਵੀ ਬਾਬਰ ਨੂੰ ਆ ਰਾਜ ਭਾਗ ਵਾਹਿਗੁਰੂ 'ਚ ਯਾਦ ਰੱਖਿਓ, ਇੱਥੇ ਸਤਿਗੁਰੂ ਨੇ ਲਫ਼ਜ਼ ਜਿਹੜੇ ਵਰਤਿਆ ਰਤਨ ਵਿਗਾੜ ਵਗੋਏ ਕੁੱਤੀ, ਉਹਦੇ ਲਈ ਸ਼ਬਦ ਵਰਤਿਆ ਜੰਮ ਕਰ ਮੁਗਲ ਚੜਾਇਆ, ਤੇ ਸਿਪਾਹੀਆਂ ਲਈ ਸ਼ਬਦ ਵਰਤਿਆ ਕਿ ਹਲਕੇ ਕੁੱਤਿਆਂ ਨੇ ਇਸ ਤਰ੍ਹਾਂ ਸਰੀਰ ਵਿਗਾੜ ਦਿੱਤੇ, ਲੋਕਾਂ ਦੀਆਂ ਤੇ ਲਾਸ਼ਾਂ ਵੀ ਨਹੀਂ ਪਛਾਣੀਆਂ ਜਾਂਦੀਆਂ ਪਈਆਂ। ਇੰਨਾ ਮੰਦਾ ਹਾਲ ਕਰ ਦਿੱਤਾ, ਵਿਗਾੜ ਦਿੱਤੀਆਂ ਬੋਡੀਆਂ, ਸਰੀਰ ਜਿਹੜੇ ਨੇ ਪਤਾ ਹੀ ਨਹੀਂ ਲੱਗਦਾ ਪਿਆ। ਰਤਨ ਵਿਗਾੜ ਵਗੋਏ ਕੁੱਤੀ, ਮੋਇਆ ਸਾਰ ਨਾ ਕਾਈ ਹੋਏ। ਇੰਨਾ ਜ਼ੁਲਮ, ਲਾਸ਼ਾਂ ਟੁਕੜੇ ਪਏ ਨੇ, ਇਹਨਾਂ ਮਰਿਆਂ ਨੂੰ ਤੇ ਲੋਕੀ ਸਾਂਭ ਲੈਂਦੇ ਨੇ, ਤੇ ਮਰੇ ਵੀ ਨਹੀਂ ਸਾਂਭੇ ਜਾਂਦੇ ਪਏ। ਮੈਂ ਜਦੋਂ ਇਹ ਸ਼ਬਦ ਪੜ੍ਹਨਾ ਤੇ ਮੇਰੇ ਮਨ 'ਚ ਆਉਂਦਾ ਹੈ ਅਗਲੇ ਸਾਲ, ਚਲੋ ਵੈਸੇ ਆਉਣਾ, ਮੈਂ ਤੁਹਾਡੀ ਇੱਕ ਸਿਰਫ ਦਿੱਲੀ 'ਚ ਕੀ ਹੋਇਆ, ਦਰਬਾਰ ਸਾਹਿਬ ਕੀ ਹੋਇਆ, ਬਕਾਰੋ 'ਚ ਕੀ ਹੋਇਆ। ਮਰਜ਼ ਕਰਤਾ ਅਗਲੇ ਸਾਲ ਜਦੋਂ ਸਾਡੇ ਬਜ਼ੁਰਗ ਦੱਸਦੇ ਆ, ਮੈਂ ਇੱਕ ਵਾਰੀ ਕਿਹਾ ਸੀ ਇਹ ਵੀ ਨਨਕਾਣਾ ਸਾਹਿਬ 'ਚ, ਚਲੋ ਇਸ ਕਰਕੇ ਨਹੀਂ ਮੈਂ ਆਪਣੀ ਖਿੱਤੇ ਦਾ ਮਾਣ ਕਰ ਰਿਹਾ ਵੀ ਉਸ ਖਿੱਤੇ 'ਚ ਜੋ ਵਾਪਰਿਆ। ਇੱਕ ਸਰਦਾਰ ਨਰਾਇਣ ਸਿੰਘ, ਤੇ ਨਰਾਇਣੂ ਮਹੰਤ ਸੀ ਨਾ, ਇੱਕ ਨਰਾਇਣ ਸਿੰਘ ਜੀ ਹੋਏ ਨੇ, ਉਹ ਦਰਬਾਰ ਸਾਹਿਬ ਦੇ ਵਾਹਿਗੁਰੂ ਨਨਕਾਣਾ ਸਾਹਿਬ ਮੈਨੇਜਰ ਰਹੇ ਆ। ਉਹ ਆਂਦੇ ਨੇ ਜਿਸ ਦਿਨ ਸਾਕੇ ਤੋਂ ਬਾਅਦ ਬੂਹਾ ਖੁੱਲਿਆ ਤੇ ਮੈਂ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖਿਆ। ਉਹ ਕਹਿੰਦੇ ਸੀ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਜੋ ਉਹਨਾਂ ਨੇ ਲਿਖਿਆ। ਮੈਂ ਸਿਰਫ ਇੱਕ ਤੁਹਾਨੂੰ ਉਦਾਹਰਨ ਦੇਣ ਲੱਗਾ, ਕਿਉਂ ਹਿਰਦਾ ਕਿਉਂ ਨਹੀਂ ਪਸੀਜੇਗਾ ਜੀ।
ਜਿਹੜੇ ਇਹ ਲੋਕ ਕਹਿੰਦੇ ਨਹੀਂ ਮਹਾਰਾਜ ਨੇ ਥੋੜਾ ਕਿਹਾ ਇਹ ਮਰਨੀ ਸਨ, ਇਹ ਵੱਢੀ ਜਾਣੇ ਸਨ, ਉਹ ਇਸ ਤਰ੍ਹਾਂ ਬਿਰਤੀ ਨਾਲ ਅਰਥ ਕੀਤੇ ਜਾ ਰਹੇ ਆ ਵੀ ਜਿਵੇਂ ਗੁਰੂ ਦਾ ਹਿਰਦਾ ਪੱਥਰ ਹੈ। ਨਹੀਂ ਪਿਆਰਿਓ, ਗੁਰੂ ਬੜਾ ਕੋਮਲ ਜੇ। ਫਿਰ ਮੇਰੀ ਬੇਨਤੀ ਹੈ, ਦਵੈਸ਼ ਚ ਨਾ ਜਾਓ। ਪੈਂਦੇ ਖਾਂ ਥੱਲੇ ਸਿਰ ਡਾਹ ਕੇ ਘੋੜੇ ਸਮੇਤ ਸੱਟਣਾ ਚਾਹੁੰਦਾ ਹੈ। ਗੁਰੂ ਸਾਹਿਬ ਸਿਰ 'ਚ ਢਾਲ ਮਾਰਦੇ ਆ, ਜਦੋਂ ਡਿੱਗਦਾ ਹੈ ਤੇ ਮਹਾਰਾਜ ਢਾਲ ਦੀ ਛਾਂ ਕਰਦੇ ਹੋ, ਰੋਣ ਲੱਗਦਾ ਹੈ। ਸਤਿਗੁਰੂ ਕਹਿੰਦੇ ਆ, ਪੈਂਦੇ ਆ ਕਲਮਾ ਪੜ੍ਹ, ਤੈਨੂੰ ਖੁਦਾ ਦੇ ਘਰ 'ਚ ਥਾਂ ਮਿਲ ਜਾਏਗੀ। ਤੇ ਉਹਨੂੰ ਵੀ ਸਮਝ ਪੈ ਗਈ। ਉਹ ਡਿੱਗਾ ਹੋਇਆ ਕਹਿੰਦਾ, ਕਿਹੜਾ ਕਲਮਾ ਪੜ੍ਹਨਾ, ਤੇਰੀ ਢਾਲ ਹੀ ਮੇਰਾ ਕਲਮਾ ਬਣ ਗਈ ਹੈ। ਉੱਥੇ ਵਾਰ ਹੁੰਦਾ ਹੈ ਨਦੇੜ। ਪਠਾਨ ਨੂੰ ਮਹਾਰਾਜ ਜਦੋਂ ਕਰਦੇ ਆ, ਉਹ ਛੁਰਾ ਮਾਰਦਾ, ਚਟਕਾਉਂਦੇ ਆ, ਉਹਦੀ ਜ਼ਬਾਨ 'ਚੋਂ ਸ਼ਬਦ ਨਿਕਲਦਾ, ਖਾਏ ਅੰਮਾ। ਗੁਰੂ ਸਾਹਿਬ ਕਹਿੰਦੇ ਨਹੀਂ ਪਠਾਨ ਕੇ ਬੇਟੇ, ਅੰਮਾ ਮਤ ਬੋਲ, ਅੱਲਾ ਬੋਲ। ਇਸ ਵੇਲੇ ਰੱਬ ਨੂੰ ਚੇਤੇ ਕਰੀਦਾ ਹੈ। ਮੈਂ ਸਿਰਫ ਆਪ ਨੂੰ ਬੇਨਤੀ ਕਰਾਂਗਾ ਜੀ, ਗੁਰਮੁਖੋ ਦੇਖੋ, ਇਹ ਜਿਹੜਾ ਸ਼ਬਦ ਹੈ, ਰਤਨ ਵਿਗਾੜ ਬਗੋਏ ਕੁੱਤੀ। ਨਰਾਇਣ ਸਿੰਘ ਕਹਿੰਦੇ ਅਸੀਂ ਬੂਹਾ ਖੁੱਲਾ, ਅੰਦਰ ਗਏ, ਥਾਂ ਥਾਂ ਤੇ ਕੇਸ ਖਿਲ ਰਹੇ ਸਨ, ਕੰਗੇ ਖਿਲ ਰਹੇ ਸਨ। ਉਹਨੇ ਜਿਹੜੀ ਦਸ਼ਾ ਦੱਸੀ, ਕਹਿੰਦਾ ਵੀ ਅਸੀਂ ਆਪਣੇ ਹੱਥਾਂ ਨਾਲ ਜਿਹੜੀਆਂ ਹੱਡੀਆਂ ਚੁਣੀਆਂ, ਨਿੱਕੀਆਂ ਨਿੱਕੀਆਂ ਹੱਡੀਆਂ ਦੇ 10 ਟੋਕਰੇ ਭਰੇ ਗਏ। ਉਂਗਲੀਆਂ, ਹੱਥ ਪੈਰ, ਮਾਸ ਕੀਮੇ ਦੇ 3 ਟੋਕਰੇ ਭਰੇ ਗਏ। ਪਿਆਰਿਓ, ਉਸ ਵਕਤ ਉਹ ਦ੍ਰਿਸ਼ ਨੂੰ ਦੇਖ ਕੇ ਕੀ ਵਾਪਰਿਆ? ਜੋ ਜਿੱਥੇ ਮਹਾਰਾਜ ਕਹਿ ਰਹੇ, ਸੁਣੀ ਗੱਲ ਨਹੀਂ ਕਹਿ ਰਹੇ, ਉਹਨਾਂ ਦੇ ਸਾਹਮਣੇ ਵਾਪਰ ਰਿਹਾ। ਤੇ ਉਹ ਜਿੰਨੇ ਖੇਡ ਇਹ ਵਾਪਰੀ, ਉਹਨੂੰ ਕਹਿ ਰਹੇ ਨੇ ਕਿ ਤੂੰ ਜੰਮ ਬਣ ਕੇ ਆਇਆ, ਤੇਰੇ ਸਿਪਾਹੀ ਤੱਕ ਹਲਕੇ ਕੁੱਤੇ ਨੇ ਹੋਏ, ਆਹ ਦੇਖ ਸਰੀਰ ਪਾੜ ਕੇ ਰੱਖ ਦਿੱਤੇ। ਰਤਨ ਵਿਗਾੜ ਵਗੋਏ ਕੁੱਤੀ। ਮੈਂ ਫਿਰ ਬੇਨਤੀ ਕਰਾਂਗਾ, ਮੋਇਆ ਸਾਰ ਨਾ ਕਾਈ। ਆਹ ਸਰੀਰ ਜਿਹੜੇ ਨੇ ਮਰੇ ਪਏ ਨੇ, ਓਏ ਇਹਨਾਂ ਦਾ ਸੰਸਕਾਰ ਕਰਨ ਵਾਲਾ ਕੋਈ ਨਹੀਂ, ਇਹਨਾਂ ਨੂੰ ਦਫਨਾਉਣ ਵਾਲਾ ਕੋਈ ਨਹੀਂ। ਮੋਇਆ ਸਾਰ ਨਾ ਕਾਈ। ਹੁਣ ਯਾਦ ਰੱਖਿਓ, ਮੈਂ ਫਿਰ ਕਹਾਂਗਾ ਬੜੀ ਬਰੀਕੀ ਨਾਲ, ਇੱਥੋਂ ਫਿਰ ਸੁਰਤ ਚੁੱਕੀ, ਕਹਿ ਲੱਗੇ ਆਪੇ ਜੋੜ ਵਿਛੋੜੇ ਆਪੇ। ਉਲਾਮਾ ਨਹੀਂ ਹੈ, ਇੱਕ ਕਰੁਣਾ ਭਰੇ ਹਿਰਦੇ ਦੀ ਪੁਕਾਰ ਹੈ। ਫਿਰ ਉਹਨੂੰ ਕਹਿ ਦਿੱਤਾ, ਮਾਲਕਾ ਮੈਂ ਕਹਿ ਦਿੱਤਾ, ਤੈਂ ਕੀ ਦਰਦ ਨਾ ਆਇਆ, ਪਰ ਮੈਨੂੰ ਇਹ ਵੀ ਪਤਾ ਸਾਰੀ ਤੇਰੀ ਖੇਡ ਹੈ, ਸੰਜੋਗ ਕਰਕੇ ਜੋੜ ਲੈਣਾ, ਜਦੋਂ ਮੌਤ ਆਉਂਦੀ ਤੇ ਵਿਛੋੜ ਦੇਣਾ ਹੈ। ਫਿਰ ਅਰਜੇ ਆਪੇ ਜੋੜ ਵਿਛੋੜੇ ਆਪੇ, ਵੇਖ ਤੇਰੀ ਵਡਿਆਈ। ਇਹ ਨਹੀਂ ਕਿਹਾ ਤੂੰ ਜ਼ੁਲਮ ਕੀਤਾ, ਤੇਰੀ ਵਡਿਆਈ ਹੈ। ਆਪੇ ਜੋੜਨਾ ਹੈ, ਆਪੇ ਵਿਛੋੜ ਦੇਣਾ ਹੈ। ਤੇਰੇ ਹੁਕਮ 'ਚ ਜਨਮ ਹੁੰਦਾ ਤੇ ਤੇਰੇ ਹੁਕਮ 'ਚ ਮੌਤ ਹੋ ਜਾਂਦੀ ਹੈ। ਆਪੇ ਜੋੜ ਵਿਛੋੜੇ ਆਪੇ, ਵੇਖ ਤੇਰੀ ਵਡਿਆਈ। ਇਹ ਤੇਰੀ ਵਡਿਆਈ ਹੈ। ਮੈਂ ਬੇਨਤੀ ਕਾ ਅੱਗੇ ਫਿਰ ਸਤਿਗੁਰੂ, ਫਿਰ ਸੁਣਿਓ, ਇਹ 'ਚ 2 ਗੱਲਾਂ ਨੇ। ਇੱਕ ਉਹ ਗਰੀਬ ਮਜ਼ਲੂਮ ਜਿਹੜੇ ਵਿਚਾਰੇ ਫਸ ਗਿਆ। ਉਂਝ ਵੈਸੇ ਇੱਥੇ ਵਾਪਰਿਆ ਜਦੋਂ, ਤੇ ਮਹਾਰਾਜ ਨੇ ਇੱਕ ਜਨਮ ਸਾਖੀ 'ਚ ਬਤਨ ਹੁੰਦਾ। ਭਾਈ ਮਰਦਾਨਾ ਕਹਿੰਦਾ, ਮਹਾਰਾਜ ਇਹ ਇੰਨਾ ਕੁਝ ਵਾਪਰ ਗਿਆ, ਉਹ ਵੀ ਮਰ ਗਏ ਜਿਨ੍ਹਾਂ ਦਾ ਕਸੂਰ ਕੋਈ ਨਹੀਂ ਸੀ। ਸਤਿਗੁਰੂ ਕਹਿੰਦੇ ਆ, ਕਈ ਵਾਰੀ ਨੇੜੇ ਬਹਿਣ ਕਰਕੇ ਵੀ ਬੰਦਾ ਫਸ ਜਾਂਦਾ। ਹੋਇਆ ਕਿ ਵੀ ਜਨਮ ਸਾਖੀ ਗੱਲ ਬੜੀ ਸੋਹਣੀ ਲਿਖੀ। ਉਹ ਕਹਿੰਦਾ, ਭਾਈ ਮਰਦਾਨਾ ਜੀ ਰੁੱਖ ਥੱਲੇ ਉੱਥੇ ਪਏ ਆ, ਤੇ ਇੱਕ ਨਾ ਚਾਸਨੀ ਜਾਂ ਮਿੱਠੇ ਦਾ ਤੁਪਕਾ ਉਹਨਾਂ ਦੇ ਬਸਤਰ ਤੇ ਡਿੱਗਾ, ਤੇ ਉਸ ਵਕਤ ਕੀੜੀਆਂ ਚੜ ਗਈਆਂ। ਸੁੱਤੇ ਪਏ ਆ, ਕੀੜੀਆਂ ਚੜ ਗਈਆਂ, ਤੇ ਇੱਕੋ ਦਮ ਉਹਨੇ ਧੱਫਾ ਮਾਰਿਆ। ਇੱਥੇ ਧੱਫਾ ਸਮਝ ਗਿਆ ਨਾ ਜੀ, ਹੱਥ ਮਾਰਿਆ, ਉਹ ਕਈ ਮਰ ਗਈਆਂ। ਤੇ ਮਹਾਰਾਜ ਕਹਿੰਦੇ, ਹੋਇਆ ਕੀ? ਕਹਿੰਦਾ, ਮਹਾਰਾਜ ਕੱਟ ਗਈ ਇੱਕ ਕੀੜੀ। ਹਜ਼ੂਰ ਕਹਿੰਦੇ, ਇੱਕ ਕੱਟੀ ਨਾ? ਕਹਿੰਦਾ ਹਾਂ। ਕਹਿਣ ਲੱਗੇ, ਮਾਰ ਕੇ ਨਹੀਂ ਦਿੱਤੀਆਂ? ਕਹਿੰਦਾ, ਬਾਬਾ ਜੀ ਇੱਥੇ ਇੱਕ ਕੱਟਣ ਵਾਲੀ ਨੇ ਜਿਹੜੀਆਂ ਆਈਆਂ ਬਸ ਉਹ ਵੀ ਗਈਆਂ। ਹਜ਼ੂਰ ਨੇ ਉੱਥੇ ਕਿਹਾ, ਵੇ ਮਰਦਾਨਿਆਂ, ਇੱਥੇ ਹਿੱਕਸ ਪਿੱਥੀ ਦੁਨੀਆ ਮਰਦੀ ਆਈ ਹੈ ਤੇ ਹਿੱਕ ਪਿੱਛੇ ਤਰਦੀ ਆਈ ਹੈ। ਇਹ ਸ਼ਬਦ ਸੁਣਿਓ, ਇੱਥੇ ਹਿੱਕਸ ਪਿੱਛੇ ਇੱਕ ਪਿੱਛੇ ਲੋਕ ਮਰਦੇ ਆ, ਇੱਥੇ ਇੱਕ ਪਿੱਛੇ ਲੋਕ ਤਰ ਜਾਂਦੇ ਆ। ਸੱਚ ਇਹ ਵੀ ਗੁਰੂ ਜੀ ਇੱਥੇ ਕਹਿ ਰਹੇ ਨੇ ਕਿ ਆਪੇ ਜੋੜ। ਤੂੰ ਜੋੜਨਾ ਵੀ, ਜਨਮ ਹੁੰਦੇ ਨੇ, ਇਕੱਠੇ ਹੁੰਦੇ ਆ, ਸੰਜੋਗ ਹੁੰਦਾ। ਵਿਛੋੜੇ ਆਪੇ, ਆਪੇ ਤੂੰ ਵਿਛੋੜੇ ਪਾ ਦੇਣਾ। ਆਪੇ ਜੋੜ ਵਿਛੋੜੇ ਆਪੇ, ਵੇਖ ਤੇਰੀ ਵਡਿਆਈ। ਇਹ ਤੇਰੀ ਵਡਿਆਈ ਹੈ, ਇਹ ਤੇਰੀ ਆਪਣੀ ਬਖਸ਼ਿਸ਼ ਹੈ। ਤੂੰ ਆਪੇ ਜੋੜਨਾ। ਸੱਚੀ ਮੁੱਚੀ ਜਨਮ ਤੇ ਮਰਨ ਉਹਦਾ ਹੀ ਨਾ। ਹੁਣ ਥੋੜਾ ਜਿਹਾ ਨੂੰ ਹੋਰ ਸੌਖਾ ਕਰ ਲਈਏ। ਮੇਰਾ ਖਿਆਲ, ਮੈਂ ਪਿਛਲੇ ਵਾਰੀ ਇੱਕ ਬੇਨਤੀ ਕੀਤੀ ਸੀ, ਹੈ ਸਾਰਾ ਉਹਦਾ ਵਰਤਾਰਾ ਹੀ।
ਫਿਰ ਇੱਥੇ ਗੱਲ ਗੁਰੂ ਜੀ ਕਹਿ ਰਹੇ, ਜਿਵੇਂ ਦੋ ਪੌੜੀਆਂ ਪਿਛਲੇ ਸਾਲ ਮੈਂ ਅਰਜ਼ ਕੀਤੀਆਂ ਸਨ ਕਿ ਸਮਾਜ ਚੰਗਿਆਈ ਨੂੰ ਪ੍ਰਵਾਨ ਕਰੇਗਾ, ਬੁਰਿਆਈ ਨੂੰ ਨਹੀਂ। ਨਹੀਂ ਨਾ ਕਰਾਂਗੇ। ਸਾਰਾ ਧਰਮ ਦਾ ਜੋ ਸਿਸਟਮ ਹੈ ਕਿੰਨਾ ਬੁਰਿਆਈ। ਤੇ ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਭਾਈ ਸੱਜਣੋ, ਇਹ ਨਹੀਂ ਮੈਂ ਕਹਿੰਦਾ ਬੁਰਿਆਈ ਨੂੰ ਹੱਲਾਸ਼ੇਰੀ ਦਈਏ। ਜਿੰਨੀ ਦੇਰ ਤੱਕ ਸ੍ਰਿਸ਼ਟੀ ਰਹੇਗੀ, ਇਹਨਾਂ ਦੋਨਾਂ ਚੀਜ਼ਾਂ ਤੋਂ ਬਿਨਾਂ ਸ੍ਰਿਸ਼ਟੀ ਦੀ ਕਾਰ ਚੱਲ ਹੀ ਨਹੀਂ ਸਕਣੀ। ਬਿਖ ਅੰਮ੍ਰਿਤ ਕਰਤਾਰੂ ਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਦੋਨੋਂ ਲਾਏ ਆ, ਨੇਕੀ ਤੇ ਬਦੀ। ਹੁਣ ਜਦੋਂ ਅਸੀਂ ਇਹ ਪਾਠ ਕਰਨੇ ਆ, ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ, ਆਪੇ ਜੋੜ ਵਿਛੋੜੇ ਆਪੇ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ। ਇਹ ਤੇਰੀ ਖੇਡ ਹੈ ਨਾ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਐ। ਆਖ ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ। ਦੋਨੋਂ ਪੱਖ ਰੱਖੇ ਨਾ। ਉੱਤਮ ਹੈ ਤੇ ਨੀਚ ਵੀ ਹੈ, ਦੁੱਖ ਹੈ ਤੇ ਸੁੱਖ ਵੀ ਹੈ, ਜੇ ਬਖਸ਼ੀਸ਼ ਹੈ ਤੇ ਭਵਾਈਏ ਵੀ ਹੈ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਪਵਾਈਐ। ਹੁਕਮੈ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਏ। ਤੇ ਮਹਾਰਾਜ ਕਹਿੰਦੇ ਦੀ ਸਮਝ ਪਤਾ ਕਿਵੇਂ ਪੈਣੀ ਹੈ? ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ, ਕਹੇ ਨਾ ਕੋਏ। ਥੋੜਾ ਜਿਹਾ ਇਸ ਬੇਨਤੀ ਨੂੰ ਹੋਰ, ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ। ਮੈਂ ਚਲੋ ਜਪਜੀ ਸਾਹਿਬ ਚੋਂ ਇਹ ਸ਼ਬਦ ਲੈ ਲਿਆ। ਇੱਕ ਪੌੜੀ ਮਹਾਰਾਜ ਦੀ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕੇਤੇ ਮੰਗੈ ਜੋਧ ਅਪਾਰ, ਕੇਤਿਆਂ ਗਣਤ ਨਹੀਂ ਵਿਚਾਰ। ਪਰ ਯਾਦ ਰੱਖਿਓ, ਉੱਤੇ ਸ਼ਬਦ ਹੈ ਤੇਰੀ ਬਖਸ਼ਿਸ਼ ਲਿਖੀ ਨਹੀਂ ਜਾ ਸਕਦੀ। ਪਰ ਅੱਗੇ ਤੇ ਮਹਾਰਾਜ ਕਹਿੰਦੇ ਕੇਤੇ ਖੱਬ ਟੁੱਟੇ ਬੇਕਾਰ। ਇਹ ਬਖਸ਼ਿਸ਼ ਹੈ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕੇਤੇ ਮੰਗੈ ਜੋਧ ਅਪਾਰ, ਕੇਤਿਆਂ ਗਣਤ ਨਹੀਂ ਵਿਚਾਰ, ਕੇਤੇ ਖੱਬ ਟੁੱਟੇ ਵਿਕਾਰ, ਕੇਤੇ ਲੈ ਲੈ ਮੁੱਕਰ ਪਾਹੇ, ਕੇਤੇ ਮੂਰਖ ਖਾਈ ਖਾਹੇ, ਕੇਤਿਆਂ ਦੁੱਖ ਭੂਖ ਵੇਖ ਤੇਰੀ ਵਡਿਆਈ, ਕੇਤਿਆਂ ਦੁੱਖ ਭੂਖ ਸਦਮਾਰ, ਇਹ ਪੈਦਾਤ ਤੇਰੀ ਦਾਤਾਰ। ਵਾਹ ਤੇਰੇ ਤੋਂ ਕੁਰਬਾਨ ਜਾਵਾਂ, ਆਪੇ ਜੋੜ ਵਿਛੋੜੇ ਆਪੇ। ਇਹ ਪੈਦਾਤ ਤੇਰੀ ਦਾਤਾਰ। ਤੇ ਸਤਿਗੁਰੂ ਸਾਨੂੰ ਕਿਉਂ ਨਹੀਂ ਸਮਝ ਲੱਗਦੀ? ਕਹਿੰਦੇ ਇਹਦਾ ਮਤਲਬ ਅਸੀਂ ਭਾਣੇ ਨੂੰ ਹੀ ਸਮਝੇ। ਬੰਦ ਖਲਾਸੀ ਭਾਣਾ ਹੋਏ, ਹੋਰ ਆਖ ਨਾ ਸਕੈ ਕੋਈ, ਕੋਈ ਨਹੀਂ ਕਹਿ ਸਕਦਾ। ਗੁਰੂ ਸਾਹਿਬ ਨੇ ਤੇ ਸ਼ਬਦ ਵਰਤਿਆ ਕਿ ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ। ਅਗਲਾ ਬਚਨ ਹੈ, ਜੇ ਕੋ ਨਾਉ। ਮੈਂ ਸਿਰਫ ਇਹਦੇ ਅੱਖਰੀ ਅਰਥ ਕਰ ਜਾਵਾਂਗਾ, ਕਿਉਂਕਿ ਸਿਚੁਏਸ਼ਨ ਇਹੋ ਜਿਹੀ, ਕਿਸੇ ਵੇਲੇ ਵੀ ਤੁਹਾਡੀ ਗੌਰਮੈਂਟ ਕੁਝ ਕਹਿ ਸਕਦੀ ਹੈ ਨਾ। ਮੈਂ ਇਸ ਹਿਸਾਬ ਨਾਲ ਅਰਥ ਕਰ ਰਿਹਾ। ਮੈਂ ਇਹ ਨਹੀਂ ਮੈਂ ਘਬਰਾ ਰਿਹਾ ਵਾਂ। ਮੈਂ ਕੱਲ ਤੁਹਾਨੂੰ ਕਿਹਾ ਸੀ ਵੀ ਜਿੱਥੇ ਆਉਣਾ ਹੈ ਨਾ, ਫੜਕਣਾ ਬੰਦੇ ਉੱਥੇ ਹੀ ਹੈ। ਤੇ ਉਂਝ ਮੈਨੂੰ ਮੈਂ ਥੋੜੀ ਜਿਹੀ ਚਲੋ ਗੱਲ ਕਰ ਦੇਣਾ ਵੀ, ਉਹ ਸਾਡੇ ਹਰਗੋਬਿੰਦਪੁਰੀ ਸਾਹਿਬ, ਹਾਂ, ਤੇ ਮੈਂ ਸ਼ਾਇਦ ਤੁਸੀਂ ਮੇਰੇ ਨਾਲ ਸੀ ਉੱਥੇ, ਬਾਬਾ ਕਰਤਾਰ ਸਿੰਘ ਜੀ ਦੇ ਜਨਮ ਦਿਹਾੜੇ ਦੇ ਭੂਰੇ ਗਏ ਸੀ, ਰਾਤ ਨੂੰ ਨਾਲ ਹੀ ਸੀ। ਤੇ ਉਹ ਨਾ ਵੀ ਉਹਨਾਂ ਕਿਹਾ ਜੀ, ਮੈਂ ਕਿਹਾ ਮੈਂ ਜਾਣਾ ਲੁਧਿਆਣੇ ਵਾਪਸ, ਤੇ ਮੈਨੂੰ ਛੇਤੀ। ਉਹਨਾਂ ਚਲੋ ਜੀ ਕੀਤਾ ਜੀ, ਭੂਰੇ ਦੀ ਸਨ ਸੁਖਦੇਵ ਹੋਣੀ। ਉਹ ਕਹਿੰਦੇ ਨੇ ਵੀ ਭਾਈ ਸਾਹਿਬ ਇੱਕ ਕਵਿਤਾ ਪੜ੍ਹ ਲਈਏ ਚਮਨ ਸਾਹਿਬ ਨੇ, ਤੇ ਤੁਸੀਂ ਕਥਾ ਕਰ ਲਓ, ਦੂਜੀ ਫਿਰ ਪੜ੍ਹ ਲੈਣਗੇ। ਮੇਰੇ ਮਨ 'ਚ ਆਇਆ, ਮੈਂ 80 ਸਾਲ ਦਾ ਬਜ਼ੁਰਗ ਹੈ, ਤੂੰ 10 ਮਿੰਟ ਲੇਟ ਤੁਰ ਜੀ। ਵੀ ਇਹ ਹੇਠੀ ਹੈ ਵੀ ਐਡਾ ਬਜ਼ੁਰਗ, ਸਾਰੀ ਜ਼ਿੰਦਗੀ ਉਹਨੇ ਲਾਈ, ਹਾਸ ਰਾਸ ਦੇ ਕਵੀ ਸਨ। ਤੇ ਚਲੋ ਮੈਂ ਟਾਈਮ, ਮੈਂ ਕਿਹਾ ਜੀ ਨਹੀਂ ਬਾਬਾ ਜੀ ਤੁਸੀਂ ਸੁਣਾ ਲਓ, ਹੁਣ ਕੰਮ ਨਿਬੇੜ ਹੀ ਲਓ। ਤੇ ਉਹ ਮੈਨੂੰ ਪਤਾ, ਉਹ ਕਹਿੰਦਾ ਵੀ ਹੁਣ ਮੈਂ ਆਂਦਾ ਮੇਰਾ ਵੀ ਐਸ਼ਰ ਟਰੈਕਟਰ ਗਰਮ ਹੋਇਆ ਸੀ ਤੇਲ, ਮੈਂ ਸੋਚਦਾ ਨਾ ਹੀ ਬੰਦ ਹੋਵੇ। ਤੇ ਅਗਲੀ ਗੱਲ ਮੈਨੂੰ ਕਹਿੰਦੇ ਆ ਇਸ ਤੇ ਕਿਆ, ਕਹਿੰਦਾ ਪਿੰਦਰਪਾਲ ਸਿਆਂ ਅਸੀਂ ਕਿ ਕਿਸ ਤਰ੍ਹਾਂ ਇੰਨੀ ਟੱਪ ਚੁੱਕਾਂ, ਤੇ ਉਂਝ ਮੈਂ ਅਰਦਾਸ ਕਰਨਾ ਵੀ ਮੈਨੂੰ ਪੈਂਚਰ ਨਾ ਕਰੀ, ਪਟਾਕਾ ਹੀ ਬੁਲਾਈ ਜਿੱਦਣ ਬੁਲਾਣਾ। ਉਹ ਸੱਚੀ ਮੁੱਚੀ ਖਬਰ ਮਿਲੀ, ਪਟਾਕਾ ਹੀ ਬੋਲ ਗਿਆ ਬਾਪੂ ਦਾ। ਇਸ ਕਰਕੇ ਮੈਂ ਸਿਰਫ ਇਹ ਮਜ਼ਾਕ 'ਚ ਨਹੀਂ ਕਹਿ ਰਿਹਾ, ਪਰਮਾਤਮਾ ਦੀ ਇੱਕ ਖੇਡ ਹੈ ਜੀ। ਪਰ ਮੈਂ ਇਸ ਕਰਕੇ ਜੇ ਮੰਨ ਲਓ ਕੋਈ ਵੀ ਕਿਸੇ ਵੇਲੇ ਕੁਛ ਵੀ, ਹੁਣ ਜਿਹੜੀ ਸਿਚੁਏਸ਼ਨ ਪੂਰੇ ਗਲੋਬਲ ਦੀ ਬਣੀ ਪਈ ਹੈ ਨਾ, ਤੇ ਮੈਂ ਇਹ ਹੀ ਬੇਨਤੀ ਕਰਾਂਗਾ। ਕੱਲ ਮੈਂ ਪਾਠ ਕਰ ਰਿਹਾ ਗੁਰੂ ਰਾਮਦਾਸ ਦਾ ਸਹਿਜ ਪਾਠ ਗੌੜੀ ਰਾਗ 'ਚ ਆਇਆ, ਬੁਖਾਰ ਤਾਪ ਬਿਮਾਰੀ ਹੈ ਵਾਹਿਗੁਰੂ ਤੇਰੀ ਲਾਈ ਹੈ, ਕੋਈ ਨਹੀਂ ਜੰਮਿਆ ਕਿਸੇ ਨੂੰ ਕੋਈ ਲਾ ਸਕੇ। ਇਹ ਤੇਰੀ ਖੇਡ ਹੈ। ਆਪੇ ਜਮਦੂਤ ਲਾਏ, ਆਪੇ ਖੇਡ ਵਰਤਾਏਗਾ ਨਾ।
ਪਰ ਫਿਰ ਵੀ ਮੈਂ ਸਿਰਫ ਅੱਖਰੀ ਅਰਥ ਕਰ ਜਾਣਾ, ਕਿਉਂਕਿ ਪਿਛਲੀਆਂ ਤੁਕਾਂ ਦੇ ਅਰਥ ਕਰਨੇ ਬਹੁਤ ਜ਼ਰੂਰੀ ਨੇ ਵਿਸਤਾਰ ਨਾਲ। ਮਹਾਰਾਜ ਕਹਿੰਦੇ ਜੇ ਕੋ ਨਾਉ ਧਰਾਏ ਵੱਡਾ, ਇੱਥੇ ਨਾਉ ਦਾ ਅਰਥ ਨਾਮ ਨਹੀਂ, ਜੇਤਾ ਕੀਤਾ ਤੇਤਾ ਨਾਉ ਨਹੀਂ, ਸਪੈਲਿੰਗ ਉਹੀ ਹੈ। ਜੇ ਕੋ ਨਾਉ ਹਉਮੈ 'ਚ, ਜੇ ਕੋਈ ਇਹ ਕਹਿੰਦਾ ਮੇਰੇ ਤੋਂ ਵੱਡਾ ਕੋਈ ਨਹੀਂ, ਮੈਂ ਸਭ ਤੋਂ ਵੱਡਾ, ਸਾਧ ਕਰੇ ਮਨ ਭਾਣੇ, ਮਨ ਭਾਉਂਦੀਆਂ ਚੀਜ਼ਾਂ ਖਾਏ, ਵਰਤੇ ਕੱਪੜੇ ਵੀ, ਭੋਜਨ ਵੀ, ਜੋ ਮਨ ਚਾਵੇ। ਮਹਾਰਾਜ ਕਹਿੰਦੇ ਆ ਵੇਖੋ ਫਿਰ ਉਹਨਾਂ ਤੇ ਗੱਲ ਆ ਗਈ ਕਿ ਜਿਹੜੇ ਬੰਦੇ ਮਸਤ ਸਨ ਨਾ, ਐਸ਼ੋ ਇਸ਼ਰਤ ਵਿੱਚ, ਖਾਣੇ ਵਿੱਚ ਪਰਵਾਹ ਹੀ ਕੋਈ ਨਹੀਂ। ਮਹਾਰਾਜ ਕਹਿੰਦੇ ਨੇ ਖਸਮੈ ਨਦਰੀ ਕੀੜਾ ਹੋਵੇ ਜੇਤੇ ਤੂੰ ਗਏ ਦਾਣੇ। ਪਿਆਰਿਓ, ਕਿੰਨਾ ਵੱਡਾ ਨਾਮ ਰਖਾ ਲਓ, ਮਨ ਭਾਉਂਦੇ ਖਾਣੇ ਖਾਓ, ਉਹ ਖਸਮ ਦੀ ਨਜ਼ਰ ਤੋਂ ਨਹੀਂ ਬਚ ਸਕਦੇ। ਉਹ ਸੂਖਸ਼ਮ ਤੋਂ ਸੂਖਸ਼ਮ ਕੀੜੇ ਨੂੰ ਵੀ ਜਾਣਦਾ ਹੈ ਜਿਹੜਾ ਦਾਣੇ ਖਾ ਕੇ ਗੁਜ਼ਾਰਾ ਕਰ ਰਿਹਾ ਹੈ। ਉਹ ਨਿੱਕੇ ਤੋਂ ਵੱਡੇ ਸਭ ਨੂੰ ਜਾਣਦਾ ਹੈ। ਜੇ ਕੋ ਨਾਉ ਧਰਾਏ ਵੱਡਾ, ਸਾਧ ਕਰੇ ਮਨ ਭਾਣੇ, ਖਸਮੈ ਨਦਰੀ ਕੀੜਾ ਆਵੇ ਜੇਤੇ ਚੁਗੈ ਦਾਣੇ। ਜਿੰਨੇ ਦਾਣੇ ਚੁਗ ਰਿਹਾ, ਮਹਾਰਾਜ ਅਖੀਰ ਤੇ ਕਹਿੰਦੇ ਮਰ ਮਰ ਜੀਵੈ ਤਾਂ ਕਿਛ ਪਾਏ। ਵਾਹ ਵਾਹ, ਇਹ ਇਕੱਲਾ ਤਵਾਰੀਖ ਹੀ ਨਹੀਂ, ਫਿਰ ਸਾਡੀ ਸੁਰਤ ਚੁਗ ਗਿਆ। ਕਹਿਣ ਲੱਗੇ ਮਰ ਤਾਂ ਇਹ ਵੀ ਗਏ, ਸਵਾਦ ਤਾਂ ਸੀ ਮਰਨ ਤੋਂ ਪਹਿਲਾਂ ਸ਼ਬਦ 'ਚ ਮਰ ਕੇ ਜੀ ਜਾਂਦੇ ਤੇ ਸਾਰੀ ਜ਼ਿੰਦਗੀ ਅਗਾਂ ਵੀ ਇਹਦਾ ਅੱਗਾ ਸੌਰ ਜਾਂਦਾ। ਮਰ ਮਰ ਜੀਵੈ ਤਾਂ ਕਿਛ ਪਾਏ, ਤਾਂ ਕੁਝ ਲੱਭੇਗਾ। ਜੇ ਜਿਉਂਦੇ ਜੀ ਸ਼ਬਦ ਵਿੱਚ ਮਰ ਜਾਏ ਤੇ ਮਹਾਰਾਜ ਕਹਿੰਦੇ ਨਾਨਕ ਨਾਮ ਵਿਖਾਣਾ, ਜਿਉਂਦੇ ਜੀ ਉਹ ਮਰੇਗਾ ਜਿਹੜਾ ਰੱਬ ਦੇ ਨਾਮ ਨੂੰ ਵਿਖਾਣੇਗਾ, ਜਿਹੜਾ ਪਰਮਾਤਮਾ ਦੀ ਇਬਾਦਤ ਕਰੇਗਾ, ਵਾਹਿਗੁਰੂ ਦਾ ਸਿਮਰਨ ਕਰੇਗਾ। ਇਹਨਾਂ ਤੁਕਾਂ ਨੂੰ ਮੈਂ ਯਤਨ ਕਰਾਂਗਾ ਵੀ ਕੱਲ ਦੁਬਾਰਾ ਇਹਦੀ ਖੁੱਲ੍ਹ ਕੇ ਫਿਰ ਵਿਆਖਿਆ ਕੀਤੀ ਜਾਏ। ਜੇ ਕੋ ਨਾਉ ਧਰਾਏ ਵੱਡਾ, ਸਾਧ ਕਰੇ ਮਨ ਭਾਣੇ। ਜਿਹੜਾ ਕਹਿੰਦਾ ਨਹੀਂ ਜੀ ਮੈਨੂੰ ਕੋਈ ਪਰਵਾਹ ਨਹੀਂ, ਮੇਰੇ ਤੋਂ ਵੱਡਾ ਕੋਈ ਨਹੀਂ, ਬਾਬਾ ਜੀ ਕਹਿੰਦੇ ਬੰਦਾ ਬਣ, ਤੂੰ ਤੇ ਏਡਾ ਵੱਡਾ ਹੈ, ਏਡਾ ਵੱਡਾ ਤੇਰਾ ਰੰਬੜ। ਉਹ ਤਾਂ ਉਹਦੇ ਬਾਰੇ ਵੀ ਜਾਣਦਾ ਜਿਹੜਾ ਨਿੱਕਾ ਜਿਹਾ ਕੀੜਾ ਹੈ। ਉਹ ਬੈਕਟੀਰੀਆ ਨੂੰ ਵੀ ਸਮਝਦਾ ਕੀ ਕਰਦਾ ਪਿਆ, ਉਹ ਸਭ ਨੂੰ ਜਾਣਦਾ ਪਿਆ। ਇਸ ਕਰਕੇ ਮੈਂ ਸਿਰਫ ਇੱਕ ਬੇਨਤੀ ਕੀਤੀ ਹੈ ਵੀ ਇਹਦੇ ਅਰਥ ਇਹ ਕਰਨ ਦੀ ਬਜਾਏ ਬਾਬਰ ਨੂੰ ਤੈਨੂੰ ਕਿਉਂ ਦਰਦ ਨਹੀਂ ਆਇਆ, ਤੇ ਇਹ ਅਰਥ ਕਰਨ ਦੀ ਬਜਾਏ ਰੱਬਾ ਤੈਨੂੰ ਦਰਦ ਕੀ ਆਉਣਾ ਸੀ, ਕਿਉਂਕਿ ਸ਼ਬਦ ਵਿੱਚ ਹਸੂਰ ਕਰੁਣਾਮਈ ਅਵਸਥਾ 'ਚ ਕਹਿ ਰਹੇ ਆ ਪਰਮਾਤਮਾ। ਤੇ ਇੱਥੇ ਫਿਰ ਕਲੀਅਰ ਕੀਤਾ ਮੈਂ ਕਿਉਂ ਕਿਹਾ। ਮਹਾਰਾਜ ਕਹਿੰਦੇ ਮੈਂ ਇਸ ਕਰਕੇ ਕਿਹਾ, ਸਕਤਾ ਸ਼ਿਉ ਮਾਰੇ ਪੈ ਵੱਗੈ ਖਸਮੈ ਸਾ ਪੁਰਸਾਈ। ਇੱਥੇ ਗਰੀਬ ਮਾਰੇ ਗਏ। ਪਰਮਾਤਮਾ ਇਹ ਕੀ ਸਾ ਕਿੱਧਰ ਦਾ ਇਨਸਾਫ ਹੈ। ਪਰ ਇੱਕੋ ਦਮ ਸੁਰਤ ਨੂੰ ਚੁੱਕ ਕੇ ਕਿਹਾ ਨਹੀਂ, ਜੋੜਨਾ ਵੀ ਤੂੰ ਵੇਂ, ਵਿਛੋੜਨਾ ਵੀ ਤੂੰ ਵੇਂ, ਇਹ ਤੇਰੀ ਆਪਣੀ ਵਡਿਆਈ ਹੈ। ਇੰਨੀਆਂ ਕੋਈ ਬੇਨਤੀਆਂ ਸਵੀਕਾਰ ਕਰਨੀਆਂ। ਮੈਂ ਫਿਰ ਵੀ ਯਤਨ ਕਰਾਂਗਾ ਕੱਲ੍ਹ ਨੂੰ ਇਸ ਸ਼ਬਦ ਨੂੰ, ਕਿਉਂਕਿ 2 ਸ਼ਬਦ ਹੋਰ ਰਹਿ ਜਾਣੇ, ਉਹ ਆਪਾਂ ਨਾਲ ਦੀ ਨਾਲ 2 ਦਿਨਾਂ 'ਚ ਜੇ ਸਤਿਗੁਰੂ ਸਭ ਦਾ ਭਲਾ ਕਰੇ, ਸਰਬੱਤ ਥਾਈਂ ਸੁਖ ਵਰਸੇ, ਆਪ ਸਮੂਹ ਸੰਗਤ ਦਾ